घर वाले ने जमीन जायदाद बेच दी सारी ना, घर दे विच कुछ नहीं सी छड्डिया ने। इत्थों तक कि ट्रैक्टर भी बेचता, गड्डी सी वो भी बेचती, माल डंगर बेचता। अखीर ते उन्हें मैनूं भी 200 दे विच बेच दिता सी। बच्चे नूं पालण वास्ते मैं इत्थे तक पहुंच गई हां। एक बेटी 1.5 महीने दी सी, ਉਹਨੇ चुक के मारी एक 50 रुपया पिछे। फिर बेटी होण वाली सी, ਉਹਨੇ 7वें महीने दे विच मार दित्ती। ते ड्राइवरी दा मैनूं शुरू ਤੋਂ शौक सी, ਤੇ ਫਿਰ ਬਾਅਦ ਦੇ ਵਿੱਚ ਸ਼ੌਂਕ ਮੇਰਾ ਪਹਿਲਾ ਸ਼ੌਂਕ ਸੀ, ਹੁਣ ਮੇਰੀ ਮਜਬੂਰੀ ਬਣ ਗਈ। ਕੋਈ ਧੀ ਨਹੀਂ ਬਚਾਓ, ਆਪਣੀ ਬਚਾਓ ਆਪੇ ਕਰੋ, ਕੋਈ ਨਹੀਂ ਕਿਸੇ ਨੂੰ ਬਚਾਉਂਦਾ। ਉਹ ਨਾਰੇ ਸਟੇਜਾਂ ਤੇ ਚੜ੍ਹ ਕੇ ਲੱਗ। ਸਤਿ ਸ਼੍ਰੀ ਅਕਾਲ ਜੀ, ਹਮਦਰਦ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਮੈਂ ਹਾਂ ਕੁਲਦੀਪ ਕੋਲੀਆ। ਅੱਜ ਅਸੀਂ ਜਲੰਧਰ ਦੇ ਖਾਸ ਸ਼ਹਿਰ 'ਚ ਪਹੁੰਚੇ ਹਾਂ। ਇੱਥੇ ਇੱਕ ਖਾਸ ਮਹਿਮਾਨ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ। ਇੱਕ ਔਰਤ ਦੇ ਨਾਲ ਮੁਲਾਕਾਤ ਕਰਵਾਉਣ ਜਾ ਰਹੇ ਹਾਂ। ਇੱਕ ਪੰਜਾਬ ਦੀ ਮਾਣਮੱਤੀ ਧੀ ਦੇ ਨਾਲ ਮੁਲਾਕਾਤ ਕਰਵਾਉਣ ਜਾ ਰਹੇ ਹਾਂ। ਜਦੋਂ ਔਰਤ ਦਾ ਸ਼ਬਦ ਹੁੰਦਾ ਤਾਂ ਬੜਾ ਕੁਝ ਬਿਆਨ ਹੁੰਦਾ। ਔਰਤ ਇੱਕ ਮਾਂ ਹੁੰਦੀ ਹੈ, ਔਰਤ ਭੈਣ ਹੁੰਦੀ ਹੈ, ਔਰਤ ਘਰ ਵਾਲੀ ਹੁੰਦੀ ਹੈ, ਔਰਤ ਬਹੁਤ ਕੁਝ ਹੁੰਦੀ ਹੈ। ਔਰਤ ਨੂੰ ਲੋਕ ਬੜਾ ਕੁਝ ਸਮਝਦੇ ਨੇ, ਕੁਝ ਸਤਿਕਾਰਦੇ ਨੇ, ਕੁਝ ਐਸਾ ਲੋਕਾਂ ਦੀ ਮਾੜੀ ਸੋਚ ਹੁੰਦੀ ਹੈ। ਕੁਝ ਔਰਤ ਨੂੰ ਪੈਰ ਦੀ ਜੁੱਤੀ ਸਮਝਦੇ ਨੇ। ਕਈਆਂ ਲੋਕਾਂ ਦੀ ਸੋਚ ਇਹ ਹੈ ਕਿ ਔਰਤ ਦੀ ਮੱਤ ਜਿਹੜੀ ਗਿੱਚੀ ਪਿੱਛੇ ਹੁੰਦੀ ਆ। ਪਰ ਇੱਕ ਤੁਹਾਡੀ ਐਸੀ ਔਰਤ ਦੇ ਨਾਲ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜੋ ਪੰਜਾਬ ਦੀ ਦਲੇਰ ਧੀ ਹੋ ਉੱਭਰੀ ਹੈ। ਉਹ ਪੰਜਾਬ ਦੀਆਂ ਸੜਕਾਂ ਤੇ ਦੌੜਦੀ ਆ। ਇਹ ਤੁਸੀਂ ਐਂਬੂਲੈਂਸ ਦੇਖ ਰਹੇ ਹੋ। ਇਸ ਐਂਬੂਲੈਂਸ ਦੇ ਵਿੱਚ ਪੂਰੇ ਇੰਡੀਆ ਦਾ ਜਿਹੜਾ ਸਫ਼ਰ ਕਰ ਚੁੱਕੀ ਹੈ। ਕੱਲੀ ਐਂਬੂਲੈਂਸ ਲੈ ਕੇ ਨਹੀਂ ਗਈ, ਉਹ ਲੋਕ ਜਿਹੜੇ ਸੜਕਾਂ ਦੇ ਵਿੱਚ ਐਕਸੀਡੈਂਟ ਹੋ ਜਾਂਦਾ, ਜਿਹੜੇ ਵੱਡੇ ਟੁੱਕੇ ਜਾਂਦੇ ਨੇ, ਜਿਹੜੇ ਮਾੜੇ ਹਾਲਾਤਾਂ 'ਚ ਹੁੰਦੇ ਨੇ, ਜਿਹੜੇ ਲਹੂ ਲਹਾਨ ਪਏ ਹੁੰਦੇ ਨੇ, ਉਹਨਾਂ ਨੂੰ ਚੁੱਕ ਕੇ ਹਸਪੀਟਲਾਂ 'ਚ ਲੈ ਕੇ ਜਾਂਦੀ ਆ। ਡੈੱਡ ਬੋਡੀਆਂ ਨੂੰ ਚੁੱਕ ਕੇ ਲੈ ਕੇ ਜਾਂਦੀ ਹੈ। ਜੋ ਕੰਮ ਮਰਦ ਨਹੀਂ ਕਰ ਸਕਦੇ, ਉਹ ਕੰਮ ਉਹ ਔਰਤ ਕਰ ਰਹੀ ਆ, ਉਹ ਭੈਣ ਕਰ ਰਹੀ ਹੈ। ਤੁਹਾਡੀ ਅੱਜ ਮੁਲਾਕਾਤ ਭੈਣ ਮਨਜੀਤ ਕੌਰ ਨਾਲ ਕਰਵਾਉਣ ਜਾ ਰਹੇ ਹਾਂ, ਜੋ ਪਿਛਲੇ ਲੰਮੇ ਸਮੇਂ ਤੋਂ ਐਂਬੂਲੈਂਸ ਚਲਾਉਂਦੀ ਆ ਰਹੀ ਹੈ। ਦਰਸ਼ਕੋ, ਜਿਵੇਂ ਅਸੀਂ ਤੁਹਾਨੂੰ ਦੱਸਿਆ ਸੀ, ਪੰਜਾਬ ਦੀ ਦਲੇਰ ਧੀ ਦੇ ਨਾਲ ਮੁਲਾਕਾਤ ਕਰਵਾਉਣ ਜਾ ਰਹੇ ਹਾਂ। ਉਹ ਭੈਣ ਸਾਡੇ ਨਾਲ ਨੇ, ਭੈਣ ਮਨਜੀਤ ਕੌਰ। ਭੈਣ ਸਤਿ ਸ਼੍ਰੀ ਅਕਾਲ। ਪਹਿਲਾਂ ਸਤਿ ਸ਼੍ਰੀ ਅਕਾਲ ਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮੇਰੇ ਕੋਲ ਪਹੁੰਚੇ ਹੋ ਜੀ। ਆਇਆਂ ਨੂੰ ਵੈਲਕਮ। ਭੈਣੇ, ਵਿਲੱਖਣ ਚੀਜ਼ ਦੇਖੀ ਆ। ਕਹਿੰਦੇ ਔਰਤਾਂ ਤਾਂ ਘਰ ਦਾ ਕੰਮ ਕਰਦੀਆਂ ਹੁੰਦੀਆਂ, ਔਰਤਾਂ ਰੋਟੀ ਚੁੱਲ੍ਹੇ ਚੌਂਕੇ ਦਾ ਕੰਮ ਕਰਦੀਆਂ, ਔਰਤਾਂ ਗੋਹਾ ਕੂੜਾ ਸਿੱਟਦੀਆਂ, ਔਰਤਾਂ ਤਾਂ ਕਹਿੰਦੇ ਬੱਚੇ ਪਾਲਦੀਆਂ। ਤੁਸੀਂ ਉਹ ਕੰਮ ਕਰਦੇ ਹੋ ਜਿਹੜੇ ਬਹੁਤੇ ਮਰਦ ਵੀ ਨਹੀਂ ਕਰ ਸਕਦੇ। ਘਰ ਦੇ ਕੁਝ ਹਾਲਾਤ ਇਦਾਂ ਦੇ ਹੋ ਜਾਂਦੇ, ਕੁਝ ਬੰਦੇ ਦੀ ਹਿੰਮਤ ਜਿਹੜੀ ਆ ਉਹ ਨਹੀਂ, ਬੰਦੇ ਨੂੰ ਹਾਰਨੀ ਚਾਹੀਦੀ। ਹਾਲਾਤਾਂ ਦੇ ਨਾਲ ਲੜਨਾ ਚਾਹੀਦਾ ਤੇ ਅੱਗੇ ਵਧਣਾ ਚਾਹੀਦਾ। ਜ਼ਰੂਰੀ ਨਹੀਂ ਕਿ ਔਰਤਾਂ ਚੁੱਲ੍ਹੇ ਚੌਂਕੇ ਤੱਕ ਹੀ ਰਹਿੰਦੀਆਂ, ਹਰ ਇੱਕ ਖੇਤਰ ਵਿੱਚ ਔਰਤ ਅੱਗੇ ਆ ਜੀ। ਜੇ ਸਾਡਾ ਸਮਾਜ ਔਰਤ ਨੂੰ ਅੱਗੇ ਨਹੀਂ ਆਉਣ ਦਿੰਦਾ, ਪਰ ਸਾਡੀ ਹਿੰਮਤ ਜਿਹੜੀ ਆ ਉਹ ਸਾਨੂੰ ਅੱਗੇ ਜ਼ਰੂਰ ਆਉਣ ਦਾ ਬਲ ਬਖਸ਼ਦੀ ਆ। ਮਾਲਕ ਵੀ ਦਿੰਦਾ ਆ, ਬਖਸ਼ਦਾ ਆ ਵੀ ਸਾਨੂੰ ਇਸ ਚੀਜ਼ ਦੀ ਹਿੰਮਤ ਦਿੰਦਾ ਆ ਵੀ ਤੁਸੀਂ ਆਪਣੀ ਕਿਰਤ ਕਰੋ ਤੇ ਕਮਾਈ ਕਰੋ ਤੇ ਬੱਚੇ ਪਾਲੋ ਆਪਣੇ ਦਾ ਜੀ। ਤੁਸੀਂ ਭੈਣੇ ਕਿੰਨੇ ਟਾਈਮ ਤੋਂ ਜਿਹੜੀ ਐਂਬੂਲੈਂਸ ਚਲਾ ਰਹੇ ਹੋ? ਮੈਨੂੰ ਕਰੀਬ 13-14 ਸਾਲ ਹੋ ਗਏ ਐਂਬੂਲੈਂਸ ਚਲਾਉਂਦੇ ਆ ਜੀ। ਸੜਕਾਂ ਤੇ ਦੌੜਦੇ ਹੋ ਲੈ ਕੇ ਐਂਬੂਲੈਂਸ? ਹਾਂਜੀ, ਮੈਂ ਮਤਲਬ ਕਿ ਪੂਰੀ ਦੁਨੀਆ ਦਾ ਹਿਸਾਬ ਲਾ ਲਓ ਕਿ ਬੰਬੇ ਤੱਕ ਮੈਂ ਜਾ ਕੇ ਆਈ ਹਾਂ। ਦਿੱਲੀ, ਯੂਪੀ, ਬਿਹਾਰ, ਨੇਪਾਲ, ਅਸਾਮ, ਰਾਜਸਥਾਨ, ਹਰ ਇੱਕ ਸਟੇਟ 'ਚ ਮੈਂ ਜਾ ਕੇ ਆਈ ਹਾਂ। ਐਂਬੂਲੈਂਸ ਦੇ ਜ਼ਰੀਏ ਜਾ ਕੇ ਆਈ ਹਾਂ ਜੀ। ਵੈਸੇ ਅਸੀਂ ਕਦੀ ਘਰੋਂ ਨਹੀਂ ਸੀ ਬਾਹਰ ਨਿਕਲੇ, ਪਰ ਜਦੋਂ ਦੀ ਐਂਬੂਲੈਂਸ ਚਲਾਉਣ ਲੱਗੀ ਹਾਂ ਮੈਂ ਹਰ ਇੱਕ ਦਾਇਰਾ ਘੁੰਮ ਚੁੱਕੀ ਹਾਂ ਐਂਬੂਲੈਂਸ ਦੇ ਉੱਤੇ। ਡੈੱਡ ਬੋਡੀਆਂ ਦੇ ਨਾਲ ਵੈਸੇ ਨਹੀਂ। ਔਰ ਮੇਰਾ ਬੇਟਾ ਵੀ 14 ਸਾਲ ਦਾ ਸੀ ਜਦੋਂ ਦਾ ਬੇਟਾ ਵੀ ਮੇਰੇ ਨਾਲ ਫਿਰ ਗੱਡੀ ਚਲਾਉਣ ਲੱਗ ਗਿਆ ਸੀ। ਉਦੋਂ ਮਤਲਬ ਕਿ ਉਹਦੇ ਕੋਲ ਪੜ੍ਹਾਈ ਵੀ ਨਹੀਂ ਸੀ ਪੂਰੀ ਹੋਈ, ਉਹਨੇ ਵੀ ਮੇਰੇ ਨਾਲ ਹੀ ਬਹਿ ਕੇ ਡਰਾਈਵਰੀ ਕੀਤੀ ਆ। ਬੇਟੇ ਨੇ ਵੀ, ਬੇਟਾ ਵੀ ਨਾਲ ਹੀ ਚੱਲਦਾ ਸੀ? ਬੇਟਾ ਵੀ 14 ਸਾਲ ਦਾ ਸੀ ਜਦੋਂ ਦਾ ਬੇਟਾ ਮੇਰੇ ਨਾਲ ਚੱਲਣ ਲੱਗ ਪਿਆ ਸੀ। ਉਹਦੀਆਂ ਟੀਚਰਾਂ ਵਧੀਆ ਸੀ ਤੇ ਉਹਨੂੰ ਭੇਜ ਦਿੰਦੀ ਹੁੰਦੀਆਂ ਸੀ ਕਿ ਮੰਮਾ ਇਕੱਲੇ ਆ ਤੇ ਨਾਲ ਕੋਈ ਨਹੀਂ, ਤੂੰ ਚੱਲ ਜਾ। ਸਰਕਾਰੀ ਸਕੂਲੇ ਪੜ੍ਹਦਾ ਸੀ ਉਦੋਂ ਜੀ। ਤੇ ਫਿਰ ਬੇਟਾ ਵੀ ਮੇਰਾ ਨਾਲ ਹੀ ਚੱਲ ਜਾਂਦਾ ਹੁੰਦਾ ਸੀ। ਜਿੱਦਾਂ ਲੌਂਗ ਰੂਟ ਤੇ ਜਾਣਾ ਕਰਨਾ, ਫਿਰ ਮੈਂ ਬੇਟੇ ਨੂੰ ਨਾਲ ਲੈ ਜਾਂਦੀ ਹੁੰਦੀ ਸੀ ਆਪਣੇ। ਤਾਂ ਦਰਸ਼ਕੋ, ਚੱਲਦੇ ਚੱਲਦੇ ਭੈਣ ਨਾਲ ਗੱਲਬਾਤ ਕੀਤੀ ਸੀ। ਰਸਤੇ ਦੇ ਵਿੱਚ ਆਉਂਦਿਆਂ ਭੈਣ ਨਾਲ ਹੋਰ ਵੀ ਗੱਲਾਂ ਕਰਦੇ ਹਾਂ। ਭੈਣੇ, ਤੁਸੀਂ ਗੱਲ ਹਾਲਾਤਾਂ ਦੀ ਕਰਦੇ ਸੀ। ਐਸੇ ਹਾਲਾਤ ਕੀ ਬਣ ਗਏ ਕਿ ਤੁਹਾਨੂੰ ਸੜਕਾਂ ਤੇ ਦੌੜਨਾ ਪੈ ਗਿਆ, ਤੁਹਾਨੂੰ ਐਂਬੂਲੈਂਸ ਚਲਾਉਣੀ ਪੈ ਗਈ, ਤੁਹਾਨੂੰ ਉਹ ਸੜਕਾਂ ਤੇ ਮਾੜੇ ਹਾਲਾਤਾਂ 'ਚ ਪਏ ਲੋਕ ਚੁੱਕਣੇ ਪੈ ਗਏ, ਜਿਹੜੇ ਐਕਸੀਡੈਂਟ ਦਾ ਸ਼ਿਕਾਰ ਹੋ ਜਾਂਦੇ ਨੇ, ਜਿਹੜੇ ਵੱਡੇ ਟੁੱਕੇ ਪਏ ਹੁੰਦੇ ਨੇ, ਜਿਹੜੇ ਕੁਚਲੇ ਪਏ ਹੁੰਦੇ ਨੇ, ਤੁਹਾਨੂੰ ਡੈੱਡ ਬੋਡੀਆਂ ਚੱਕਣੀਆਂ ਪੈ ਗਈਆਂ। ਐਸੇ ਕੀ ਹਾਲਾਤ ਬਣ ਗਏ? ਹਾਲਾਤ, ਘਰ ਦੇ ਵਿੱਚ ਆਮਦਨ ਦਾ ਸਾਧਨ ਕੋਈ ਨਹੀਂ ਸੀ ਹੈਗਾ। ਜਿਸ ਤਰ੍ਹਾਂ ਘਰ ਵਾਲੇ ਨੇ ਜ਼ਮੀਨ ਜਾਇਦਾਦ ਵੇਚ ਦਿੱਤੀ ਸਾਰੀ ਨਾ, ਘਰ ਦੇ ਵਿੱਚ ਕੁਝ ਨਹੀਂ ਸੀ ਛੱਡਿਆ ਨੇ। ਇੱਥੋਂ ਤੱਕ ਕਿ ਟਰੈਕਟਰ ਵੀ ਵੇਚਤਾ, ਗੱਡੀ ਸੀ ਉਹ ਵੀ ਵੇਚਤੀ, ਮਾਲ ਡੰਗਰ ਵੇਚਤਾ। ਅਖੀਰ ਤੇ ਉਹਨੇ ਮੈਨੂੰ ਵੀ 200 ਦੇ ਵਿੱਚ ਵੇਚ ਦਿੱਤਾ ਸੀ। ਇਸ ਤੋਂ ਉੱਤੇ ਤੇ ਹੋਰ ਕੁਝ ਵੇਚਣ ਵਾਲਾ ਰਹਿ ਵੀ ਨਹੀਂ ਜਾਂਦਾ ਨਾ। ਪਰ ਕੋਈ ਸਾਥ ਨਹੀਂ ਸੀ ਹੈਗਾ। ਫਿਰ ਵੀ ਮੈਨੂੰ ਆਪਣੇ ਬੱਚੇ ਨੂੰ ਪਾਲਣਾ ਸੀ। ਬੱਚੇ ਨੂੰ ਪਾਲਣ ਵਾਸਤੇ ਮੈਂ ਇੱਥੇ ਤੱਕ ਪਹੁੰਚ ਗਈ ਹਾਂ ਕਿ ਮੈਂ ਇਹਨੂੰ ਪਾਲਣਾ ਆ। ਪਹਿਲਾਂ ਉਹਨੇ 2 ਬੇਟੀਆਂ ਮਾਰੀਆਂ ਸੀ। ਇੱਕ ਬੇਟੀ 1.5 ਮਹੀਨੇ ਦੀ ਸੀ, ਉਹਨੇ ਚੁੱਕ ਕੇ ਮਾਰੀ ਇੱਕ 50 ਰੁਪਇਆ ਪਿਛੇ। ਫਿਰ ਬੇਟੀ ਹੋਣ ਵਾਲੀ ਸੀ, ਉਹਨੇ 7ਵੇਂ ਮਹੀਨੇ ਦੇ ਵਿੱਚ ਮਾਰ ਦਿੱਤੀ।
ਫਿਰ ਉਸ ਤੋਂ ਬਾਅਦ 4 ਸਾਲ ਬਾਅਦ ਬੇਟਾ ਹੋਇਆ ਤਾਂ ਮੇਰਾ ਇੱਕ ਖਿਡੌਣਾ ਬਣ ਗਿਆ ਸੀ ਜ਼ਿੰਦਗੀ ਦਾ ਨਾ, ਕਿ ਮੈਂ ਇਹਨੂੰ ਕਿਸ ਤਰ੍ਹਾਂ ਪਾਲਣਾ ਆ। ਬਸ ਉਹਨੂੰ ਪਾਲਣ ਦੇ ਚੱਕਰਾਂ ਦੇ ਵਿੱਚ ਹੀ ਇੱਥੇ ਤੱਕ ਪਹੁੰਚ ਗਈ ਆ ਵੀ ਮੈਨੂੰ ਐਂਬੂਲੈਂਸ ਚਲਾਉਣੀ ਪਈ, ਕਿਉਂਕਿ ਮੈਂ ਪੜ੍ਹੀ ਨਹੀਂ ਸੀ ਹੈਗੀ, ਹੋਰ ਮੈਨੂੰ ਕੋਈ ਕੰਮ ਆਉਂਦਾ ਨਹੀਂ ਸੀ ਹੈਗਾ। ਤੇ ਡਰਾਈਵਰੀ ਦਾ ਮੈਨੂੰ ਸ਼ੁਰੂ ਤੋਂ ਸ਼ੌਂਕ ਸੀ ਵੀ ਭਰਾਵਾਂ ਦੇ ਨਾਲ ਛੋਟੇ ਹੁੰਦੇ ਜਿੱਦਾਂ ਟਰੈਕਟਰ ਲੈ ਕੇ ਜਾਣਾ, ਉਹਨਾਂ ਦੇ ਨਾਲ ਬਚਪਨ ਦੇ ਵਿੱਚ ਵਧੀਆ ਸੀ, ਮੇਰੇ ਨਾਲ ਚੱਲਦੇ ਸੀ ਨਾ। ਤੇ ਫਿਰ ਬਾਅਦ ਦੇ ਵਿੱਚ ਉਹ ਸ਼ੌਂਕ ਮੇਰਾ ਪਹਿਲਾ ਸ਼ੌਂਕ ਸੀ, ਹੁਣ ਮੇਰੀ ਮਜਬੂਰੀ ਬਣ ਗਈ। ਤੁਹਾਨੂੰ ਕਿੱਥੇ ਵੇਚਤਾ ਜੀ? ਤੁਸੀਂ ਕਹਿੰਦੇ ਘਰ ਵਾਲੇ ਨੇ ਵੇਚਤਾ, 200 ਰੁਪਏ 'ਚ ਵੇਚਤਾ, ਕਿੱਥੇ ਵੇਚਤਾ? ਘਰ ਵਾਲੇ ਨੇ ਜਿੱਦਾਂ ਸ਼ਰਾਬ ਵਾਲਿਆਂ ਨੂੰ ਪੈਸੇ ਦਿੱਤੇ 200 ਰੁਪਈਆ, ਤੇ ਕਹਿੰਦੇ ਕਿ ਮੇਰੇ ਘਰ ਚੱਲ ਜਾਓ ਤੁਸੀਂ ਨਾ। ਤੇ ਮੇਰੇ ਘਰ ਵੀ ਆਏ, ਪਰ ਮੈਂ ਗੇਟ ਨਹੀਂ ਖੋਲ੍ਹਿਆ। ਮੈਂ ਆਪਣਾ ਆਪ ਬਚਾਇਆ ਉਹਨਾਂ ਦੇ ਕੋਲੋਂ ਵੀ ਨਾ, ਪਰ ਉਹਨੇ ਕਸਰ ਨਹੀਂ ਕੋਈ ਛੱਡੀ ਉਹਨੇ। ਐਸੇ ਹਾਲਾਤ ਬਣ ਗਏ। ਪਰ ਐਂਬੂਲੈਂਸ ਵਾਲੇ ਪਾਸੇ ਤੁਸੀਂ ਕਿਵੇਂ ਆ ਗਏ? ਕਿਉਂਕਿ ਹੋਰ ਵੀ ਕੰਮ ਜਿਹੜੇ ਆਪਾਂ ਕਰ ਸਕਦੇ ਸੀ ਘਰਾਂ 'ਚ, ਪਰ ਜਿਹੜੇ ਤੁਹਾਡੇ ਐਸੇ ਹਾਲਾਤ ਬਣ ਗਏ, 200 ਰੁਪਏ 'ਚ ਵੇਚਤਾ, ਘਰਦਿਆਂ ਨੇ ਸਾਥ ਨਹੀਂ ਦਿੱਤਾ, ਬੱਚੇ ਤੁਸੀਂ ਕਹਿੰਦੇ ਬੱਚੀਆਂ ਮਾਰ ਦਿੱਤੀਆਂ, ਛੋਟਾ ਬੱਚਾ ਸੀ, ਉਹਨੂੰ ਪਾਲਣ ਦਾ ਜਿਹੜਾ ਸੋਚਣ ਲੱਗ ਗਏ ਤੁਸੀਂ। ਹਾਲਾਂਕਿ ਫਰਜ਼ ਤੁਹਾਡੇ ਪਤੀ ਦਾ ਬਣਦਾ ਸੀ, ਉਹਨੇ ਸਾਰੇ ਕੰਮ ਕਰਨੇ ਸੀ, ਤੁਸੀਂ ਇਹਦੀ ਕਮਾਂਡ ਸਾਂਭ ਲਈ। ਫਰਜ਼ ਜਿਹੜਾ ਸੀ ਪਤੀ ਨੇ, ਜਿਸ ਦਿਨ ਬੇਟਾ ਹੋਇਆ ਸੀ ਨਾ, ਕਿ 13 ਦਿਨ ਦਾ ਬੇਟਾ ਸੀ ਨਾ, ਤੇ ਘਰ ਦੇ ਘਿਓ ਲੈ ਕੇ ਆਏ ਸੀ, ਤੇ ਉਹਦੇ ਵਾਸਤੇ ਇੱਕ ਕੀ ਸੋਨੇ ਦਾ ਕੜਾ ਨਹੀਂ ਸੀ ਲੈ ਕੇ ਆਏ ਨਾ, ਤੇ ਉਹਨੂੰ ਵੀ ਉਹਨੇ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਮੈਂ ਸਾਰੀ ਰਾਤ ਲੈ ਕੇ ਉਹਨੂੰ ਉਸ 10ਵੇਂ ਮਹੀਨੇ ਦੇ ਵਿੱਚ ਸਾਰੀ ਰਾਤ ਨੂੰ ਲੈ ਕੇ ਬਾਥਰੂਮ ਦੇ ਵਿੱਚ ਬੈਠੀ ਰਹੀ ਸੀ ਕਿ ਇਹਦੇ ਵਾਸਤੇ ਕੁਝ ਮੇਰੇ ਲਈ ਲੈ ਕੇ ਨਹੀਂ ਆਏ, ਗਹਿਣਾ ਨਹੀਂ ਲੈ ਕੇ ਆਏ, ਤੇ ਮੈਂ ਇਹਨੂੰ ਛੱਡਣਾ ਨਹੀਂ ਹੈਗਾ, ਇਹਦੇ ਕਰਕੇ ਇਦਾਂ ਕੁਝ ਕੀਤਾ ਹੈ ਨਾ। ਤੇ ਪਰ ਉਹਨੇ ਇਸ ਚੀਜ਼ ਦੀ ਕਮਾਂਡ ਨਹੀਂ ਸੰਭਾਲੀ। ਉਹਨੇ ਇਹੀ ਸੋਚਿਆ ਕਿ ਮੈਂ ਬਸ ਖਾਣਾ ਹੀ ਹੈ, ਜੋ ਵੀ ਮੈਂ ਖਾਣਾ ਹੀ ਹੈ, ਤੇ ਤੈਨੂੰ ਵੀ ਖਾਣਾ ਹੈ, ਤੈਨੂੰ ਵੀ ਖਾਣਾ ਹੈ। ਜਿੱਦਾਂ ਉਹਨੇ ਪਹਿਲਾਂ ਬੱਚਿਆਂ ਨੂੰ ਕੀਤਾ, ਉੱਦਾਂ ਹੀ ਇਹਨੂੰ ਕਰਨਾ ਚਾਹੁੰਦਾ ਸੀ। ਪਰ ਮੈਂ ਇਹੀ ਸੋਚਿਆ ਸੀ ਕਿ ਮੇਰਾ ਜਿੱਦਾਂ ਨਾ ਪੇਕਿਆਂ ਨੇ ਸਾਥ ਦਿੱਤਾ ਸੀ, ਨਾ ਮੇਰਾ ਇਹਨੇ ਦਿੱਤਾ ਸੀ, ਮੈਂ ਬੱਚਾ ਪਾਲਣਾ ਸੀ, ਕਿੱਦਾਂ ਮੈਨੂੰ ਪਾਲਣਾ ਹੈ। ਮੇਰੀ ਕੋਸ਼ਿਸ਼ ਇਹੀ ਸੀ। ਜੇ ਮੈਨੂੰ ਕਿਤੇ ਸਾਥ ਮਿਲਦਾ ਜਾਂ ਪੇਕਿਆਂ ਦਾ ਸਹੁਰਿਆਂ ਦਾ ਮਿਲਦਾ, ਮੈਂ ਵੀ ਕਹਿ ਦਿੰਦੀ ਕੋਈ ਗੱਲ ਨਹੀਂ, ਛੱਡੋ ਕੋਈ ਗੱਲ ਨਹੀਂ, ਅੱਛਾ। ਪਰ ਮੈਂ ਨਹੀਂ ਸੀ ਕਰ ਸਕਦੀ ਇੱਦਾਂ, ਮੈਨੂੰ ਸਾਥ ਨਹੀਂ ਸੀ ਕਿਸੇ ਦਾ। ਫਿਰ ਜਿੰਨੇ ਮੈਨੂੰ ਐਂਬੂਲੈਂਸ ਸਿਖਾਈ, ਉਹ ਵੀ ਮੇਰੀ ਮਾਂ ਨੇ ਮੂੰਹ ਬੋਲਿਆ ਪੁੱਤ ਬਣਾਇਆ ਸੀ ਆਪਣਾ। ਮੇਰੀ ਮਾਂ ਨੂੰ ਮੇਰੇ ਭਰਾਵਾਂ ਨੇ ਨਹੀਂ ਸੀ ਸਾਂਭਿਆ। ਉਹਨਾਂ ਨੂੰ ਅਟੈਕ ਹੋ ਗਿਆ ਸੀ, ਗੁਰੂ ਨਾਨਕ ਮਿਸ਼ਨ ਦਾਖਲ ਰਹੇ ਸੀ, ਉਹਨਾਂ ਦੇ ਸਟੰਟ ਵੀ ਪਏ ਸੀ, ਤੇ ਮੇਰੇ ਆਪਣੇ ਸਕੇ ਭਰਾਵਾਂ ਨੇ ਨਹੀਂ ਸੀ ਉਹਨੂੰ ਸਾਂਭਿਆ। ਉਸ ਮੂੰਹ ਬੋਲੇ ਪੁੱਤ ਨੇ ਉਹਨੂੰ ਸਾਂਭਿਆ ਸੀ। ਉਸਨੇ ਮੈਨੂੰ ਇਸ ਲਾਈਨ ਤੇ ਪਾਇਆ ਸੀ ਕਿਉਂਕਿ ਉਹ ਖੁਦ ਐਂਬੂਲੈਂਸ ਚਲਾਉਂਦਾ ਸੀ। ਮੇਰੇ ਆਪਣਿਆਂ ਨੇ ਨਹੀਂ ਸਾਥ ਦਿੱਤਾ। ਭਰਾਵਾਂ ਨੇ ਨਹੀਂ ਸਾਂਭਿਆ, ਸਹੁਰਿਆਂ ਨੇ ਦਰਕਾਰਤਾ, ਸਹੁਰਿਆਂ ਨੇ ਘਰੋਂ ਕੱਢਤਾ, ਪਤੀ ਨੇ ਸਾਥ ਨਹੀਂ ਦਿੱਤਾ। ਫਿਰ ਐਡਾ ਪੱਥਰ ਦਿਲ ਕਿਵੇਂ ਕੀਤਾ? ਇਰਾਦਾ ਦ੍ਰਿੜ ਕਿਵੇਂ ਕੀਤਾ? ਇਰਾਦਾ ਦ੍ਰਿੜ ਇਦਾਂ ਹੀ ਹੋ ਗਿਆ ਕਿ ਮੈਂ ਜਾਵਾਂ ਤੇ ਕਿੱਧਰ ਜਾਵਾਂ, ਜਾਂ ਤੇ ਮਰਾਂ ਤੇ ਜਾਂ ਮੈਂ ਬੱਚੇ ਨੂੰ ਪਾਲਾਂ। ਪਰ ਮੈਂ ਬੱਚਾ ਬਹੁਤ ਔਖਾ ਲਿਆ ਸੀ। ਜੇ ਤਾਂ ਮੈਨੂੰ ਜਿੱਦਾਂ ਮੇਰੀ ਛੋਟੀ ਉਮਰ ਦੇ ਵਿੱਚ ਮੇਰਾ ਵਿਆਹ ਹੋ ਗਿਆ ਸੀ, 15 ਸਾਲ ਦੀ ਉਮਰ ਦੇ ਵਿੱਚ ਮੇਰਾ ਵਿਆਹ। ਅੱਜ ਮੈਂ ਗੱਲ ਕਰਨੀ ਹੈ, ਕਹਿੰਦੇ ਤੇਰੇ ਤੇ ਇਦਾਂ ਵੀ ਕਿਉਂ ਇਦਾਂ ਕੀਤਾ। ਹੁਣ ਮੈਂ ਛੋਟੀ ਸੀ, ਮੈਨੂੰ ਨਹੀਂ ਸੀ ਪਤਾ ਇਹਨਾਂ ਚੀਜ਼ਾਂ ਦਾ। ਮੇਰੇ ਫਾਦਰ ਸਾਹਿਬ ਬਿਮਾਰ ਰਹਿੰਦੇ ਸੀ, ਮਾਂ ਮੇਰੀਆਂ ਭਰਜਾਈਆਂ ਦੇ ਮਥਾਜ ਸੀ, ਤੇ ਮੇਰੀਆਂ ਭਰਜਾਈਆਂ ਨੇ ਵੀ ਇਹ ਚੀਜ਼ ਨੂੰ ਨਹੀਂ ਸੋਚਿਆ ਹੈਗਾ, ਹੈ ਨਾ। ਇੱਕ ਨਨਾਣ ਛਦੈਣ, ਇੱਕ ਜੇਠ ਛਦਾਈ, ਇੱਕ ਘਰ ਵਾਲਾ ਸ਼ਰਾਬੀ, ਇੱਕ ਸੱਸ ਜਿਹੜੀ ਉਹਦੀ ਲੱਤ ਕੱਟੀ ਕੈਂਸਰ ਉਹਨੂੰ। ਤੇ ਮੈਂ ਜਿੱਦਾਂ ਦਲਦਲ ਦੇ ਵਿੱਚ ਫਸ ਗਈ ਸੀ। ਮੈਨੂੰ ਕੋਈ ਰਸਤਾ ਨਹੀਂ ਸੀ ਲੱਭਦਾ ਕਿ ਮੈਂ ਕਿੱਧਰ ਨੂੰ ਜਾਵਾਂ ਤੇ ਕੀ ਕਰਾਂ, ਹੈ ਨਾ। ਤੇ ਜਾਂ ਮੈਂ ਸਹੁਰੇ ਜਾਂ ਪੇਕੇ, ਇਹਨਾਂ ਚੀਜ਼ਾਂ ਵਾਸਤੇ ਸੀ। ਤੇ ਪਰ ਨਾ ਮੇਰਾ ਸਹੁਰਿਆਂ ਵੱਲੋਂ ਕੋਈ ਸਾਥ ਮਿਲਿਆ, ਨਾ ਮੈਨੂੰ ਪੇਕਿਆਂ ਵੱਲੋਂ ਮਿਲਿਆ। ਤੇ ਇੱਕ ਹੀ ਰਸਤਾ ਸੀ ਕਿ ਮੈਂ ਇਹਨੂੰ ਪਾਲ ਲਵਾਂ, ਕਿਉਂਕਿ ਫਿਲਮਾਂ ਦੇਖੀ ਦੀਆਂ ਸੀ ਉਦੋਂ, ਬਲੈਕ ਐਂਡ ਵਾਈਟ ਟੀਵੀ ਹੁੰਦੇ ਸੀ, ਉਹਦੇ ਵਿੱਚ ਵੇਖੀਦਾ ਹੁੰਦਾ ਸੀ ਕਿ ਬੱਚਿਆਂ ਨੂੰ ਮਾਵਾਂ ਪਾਲ ਲੈਂਦੀਆਂ ਨੇ ਨਾ। ਤੇ ਮੈਂ ਵੀ ਇਹੀ ਸੋਚਿਆ ਕਿ ਨਹੀਂ, ਮੈਂ ਆਪਣਾ ਬੱਚਾ ਪਾਲਣਾ ਹੈ। ਮੈਂ ਕਿਸੇ ਦੀ ਮਥਾਜ ਨਹੀਂ ਹੋਣਾ। ਮੈਂ ਬੜਾ ਮਥਾਜ ਹੋ ਕੇ ਦੇਖ ਲਿਆ, ਮੈਂ ਬੱਚਾ ਪਾਲਣਾ ਆਪਣਾ, ਜਿੱਦਾਂ ਵੀ ਮੇਰੀ ਕਿਸਮਤ ਅੱਗੋਂ। ਕਹਿੰਦੇ ਹੁੰਦੇ ਖੂਨ ਚਿੱਟਾ ਨਹੀਂ ਹੁੰਦਾ, ਟੁੱਟੀਆਂ ਬਾਹਾਂ ਗੱਲ ਨੂੰ ਆਉਂਦੀਆਂ। ਟੁੱਟੀਆਂ ਬਾਹਾਂ ਕਿਉਂ ਛੱਡ ਗਈਆਂ? ਭਰਾ ਵੀ ਕਿਉਂ ਸਾਥ ਛੱਡ ਗਏ? ਪਤੀ ਤਾਂ ਸ਼ਰਾਬ ਦਾ ਆਦੀ ਸੀ, ਸਹੁਰੇ ਛੱਡ ਗਏ। ਉਹਨਾਂ ਨੂੰ ਹੋ ਸਕਦਾ ਕੋਈ ਲਾਲਚ ਹੋਵੇ ਜਾਂ ਡਰ ਹੋਵੇ, ਪਰ ਜਿਹੜੀਆਂ ਟੁੱਟੀਆਂ ਬਾਹਾਂ ਗੱਲ ਨੂੰ ਆਉਂਦੀਆਂ, ਬਾਹਾਂ ਕਿਉਂ ਨਹੀਂ ਆਈਆਂ? ਉਹਨਾਂ ਦਾ ਇਹੀ ਸੀ ਜ਼ਮੀਨ। ਜਿੱਦਾਂ ਮੇਰੀ ਮਾਂ ਨੇ ਜ਼ਮੀਨ ਉਹਨਾਂ ਦੇ ਨਾਂ ਵਸੀਅਤ ਪਹਿਲਾਂ ਮਾਂ ਦੇ ਨਾਂ ਸੀ, ਫਿਰ ਉਹਨਾਂ ਨੇ ਕੈਂਸਲ ਕਰਾਤੀ। ਤੇ ਸਾਨੂੰ ਤੇ ਕਹਿੰਦੇ ਨੇ ਪੇਕਿਆਂ ਦੇ ਨਾਲ ਜ਼ਮੀਨ ਦਾ ਸਾਥ ਹੁੰਦਾ। ਅੱਜ ਕੱਲ੍ਹ ਲੋਕੀ ਕਹਿੰਦੇ ਨੇ ਪੇਕਿਆਂ ਦਾ ਸਾਥ ਧੀਆਂ ਦਾ ਨਾਲ ਨਹੀਂ। ਪੇਕਿਆਂ ਦਾ ਸਾਥ ਸਿਰਫ ਜ਼ਮੀਨ ਦੇ ਨਾਲ ਹੀ। ਜੇ ਆਪਾਂ ਧੀਆਂ ਹਿੱਸਾ ਲੈਣ ਲੱਗ ਪੈਣ ਨਾ ਪੇਕਿਆਂ ਤੋਂ, ਤੇ ਉਹਨਾਂ ਦਾ ਸਾਥ ਛੱਡ ਦਿੰਦੇ ਨੇ ਭਰਾ। ਇਹ ਗਲਤ ਗੱਲ ਆ। ਪਹਿਲੀ ਗੱਲ ਤਾਂ ਸਾਡੇ ਮਾਪਿਓ ਜਿਹੜੇ ਆ ਨਾ, ਉਹ ਧੀਆਂ ਨੂੰ ਹੱਕ ਨਹੀਂ ਦਿੰਦੇ। ਜੇ ਸਾਨੂੰ ਸਾਡੇ ਹੱਕ ਦਿੱਤੇ ਜਾਣ ਨਾ, ਤਾਂ ਸਾਨੂੰ ਵੀ ਪਤਾ ਲੱਗੇ ਵੀ ਟੁੱਟੀਆਂ ਬਾਹਾਂ ਨਹੀਂ। ਮੈਂ ਇਹ ਗੱਲ ਨੂੰ ਨਹੀਂ ਮੰਨਦੀ ਹੈਗੀ। ਮੈਂ ਕਹਿੰਦੀ ਬਗਾਨੇ ਸਾਥ ਦਿੰਦੇ, ਆਪਣੇ ਸਾਥ ਨਹੀਂ ਦਿੰਦੇ। ਕਿਉਂਕਿ ਮੈਂ ਉਹਨਾਂ ਭਰਾਵਾਂ ਦੇ ਕੋਲੋਂ ਆਪਣਾ ਹਿੱਸਾ ਨਹੀਂ ਸੀ ਮੰਗਿਆ। ਇੱਕ 5000 ਰੁਪਈਆ ਮੰਗਿਆ ਸੀ, ਉਹ ਵੀ ਸ਼ਰਾਬੀ ਵਾਸਤੇ, ਕਿ ਉਹਨੂੰ ਅਧਰੰਗ ਹੋ ਗਿਆ। ਤੇ ਮੇਰੇ ਭਰਾਵਾਂ ਦਾ ਸਵਾਲ ਇਹ ਸੀ ਕਿ ਇਹਨੂੰ ਛੱਡ ਤੇ ਮੁੰਡੇ ਨੂੰ ਛੱਡ, ਮੁੰਡਾ ਵੀ ਸ਼ਰਾਬੀ ਦਾ ਸ਼ਰਾਬੀ ਹੀ ਨਿਕਲਣਾ। ਮੈਂ ਕੋਈ ਗਲਤ ਨਹੀਂ ਸੀ ਕੀਤਾ। ਮੈਂ ਆਪਾਂ ਬੱਚੇ ਪਾਲਣ ਵਾਸਤੇ ਉਹਨਾਂ ਨੂੰ ਇੱਕ 5000 ਰੁਪਈਆ ਮਦਦ ਮੰਗੀ ਸੀ। ਤੇ ਪੇਕੇ ਕਾਹਦੇ ਵਾਸਤੇ ਹੁੰਦੇ ਨੇ? ਔਕੇ ਭਾਰੇ ਵਾਸਤੇ ਹੁੰਦੇ ਆ। ਇਸੇ ਲਈ ਕਹਿੰਦੇ ਆ ਨਾ ਪੇਕੇ ਹੁੰਦੇ ਧੀਆਂ ਦੇ, ਹੈ ਨਾ। ਤੇ ਜਦੋਂ ਮਾਵਾਂ ਹੀ ਮੁੱਕ ਜਾਣ ਤੇ ਪੇਕੇ ਮੁੱਕ ਜਾਂਦੇ ਆ। ਝੂਠੀਆਂ ਗੱਲਾਂ ਨਹੀਂ, ਇਹ ਸੱਚੀਆਂ ਆ। ਟੁੱਟੀਆਂ ਬਾਹਾਂ ਜਿਹੜੀਆਂ ਗੱਲਾਂ ਨਾ ਆਉਂਦੀਆਂ, ਮੈਂ ਤਾਂ ਕਹਿੰਦੀ ਬਿਲਕੁਲ ਝੂਠੀਆਂ। ਮੇਰਾ ਸਾਥ ਬਗਾਨਿਆਂ ਨੇ ਦਿੱਤਾ, ਮੇਰਾ ਆਪਣਿਆਂ ਨੇ ਨਹੀਂ ਦਿੱਤਾ। ਪਤਾ ਨਹੀਂ ਮੇਰੀ ਕਿਸਮਤ ਇਦਾਂ ਦੀ ਸੀ ਕਿ ਜਾਂ ਮੇਰੇ ਮੁਕੱਦਰ ਇਦਾਂ ਦੇ ਸੀ, ਮੈਨੂੰ ਨਹੀਂ ਇਸ ਗੱਲ ਦਾ ਪਤਾ। ਪਰ ਮੈਂ ਜਿੱਥੋਂ ਤੱਕ ਮੈਂ ਦੇਖਣ ਡਈ ਇੰਨੀ ਉਮਰ ਦੇ ਵਿੱਚ ਅੱਜ ਤੱਕ, ਬਗਾਨੇ ਸਾਥ ਹਰ ਕਿਸੇ ਦਾ ਦਿੰਦੇ। ਇਕੱਲਾ ਮੇਰਾ ਹੀ ਨਹੀਂ, ਹਰ ਕਿਸੇ ਦਾ ਦਿੰਦੇ ਆ, ਆਪਣੇ ਨਹੀਂ ਦੇਣ ਡਏ।
ਆਪਣੇ ਅੱਜ ਕੱਲ ਖੂਨ ਸਫੇਦ ਆ, ਸੱਚੀਆਂ ਗੱਲਾਂ ਨੇ, ਖੂਨ ਸਫੇਦ ਆ। ਮੈਂ ਉਹਨਾਂ ਭਰਾਵਾਂ ਕੋਲ ਜ਼ਮੀਨ ਦਾ ਹਿੱਸਾ ਨਹੀਂ ਸੀ ਮੰਗਿਆ, ਇੱਕ 5000 ਰੁਪਈਆ ਮੰਗਿਆ ਸੀ। ਜੇ ਮੇਰੇ ਮਾਪਿਓ ਨੇ ਹਿੱਸਾ ਸਾਡਾ ਕੱਢਿਆ ਹੁੰਦਾ ਨਾ ਤੇ ਅੱਜ ਉਹ ਮੇਰੇ ਭਰਾ ਮਗਰ ਫਿਰਦੇ। ਅੱਜ ਮੈਂ ਵੀ ਉੱਥੇ ਹੱਕਦਾਰ ਹੁੰਦੀ, ਮੈਨੂੰ ਵੀ ਪਤਾ ਹੁੰਦਾ। ਪਰ ਸਾਨੂੰ ਸਾਡੇ ਸਮਾਜ ਨੂੰ ਇਹ ਚਾਹੀਦਾ, ਮੈਂ ਤਾਂ ਇਹੀ ਕਹਾਂਗੀ ਕਿ ਸਾਨੂੰ ਧੀਆਂ ਨੂੰ ਬਰੋਬਰ ਦਾ ਸਮਝੋ, ਪਰ ਨਹੀਂ ਸਮਝਦੇ ਨਹੀਂ। ਤੁਹਾਡੇ ਵਰਗੀਆਂ ਹੋਰ ਬਹੁਤ ਸਾਰੀਆਂ ਔਰਤਾਂ ਨੇ ਪੰਜਾਬ ਕੀ ਦੇਸ਼ ਦੁਨੀਆ 'ਚ ਨੇ ਜਿਹੜੀ ਘੁੱਟ ਕੇ ਜ਼ਿੰਦਗੀ ਬਤੀਤ ਕਰਦੀਆਂ, ਔਰ ਕਿਤੇ ਨਾ ਕਿਤੇ ਇਹੋ ਜਿਹੇ ਹਾਲਾਤਾਂ 'ਚ ਆ ਕੇ ਕਿਤੇ ਝਾੜੂ ਪੋਚੇ ਲਾਉਣ ਲੱਗ ਜਾਂਦੀਆਂ, ਕਿਤੇ ਜਿਹੜੀ ਜ਼ਿੰਦਗੀ ਆ ਮੌਤ ਦੇ ਮੂੰਹ 'ਚ ਪਾ ਦਿੰਦੀਆਂ, ਆਪਦੀ ਜ਼ਿੰਦਗੀ ਖਤਮ ਕਰ ਦਿੰਦੀਆਂ। ਪਰ ਤੁਸੀਂ ਜ਼ਿੰਦਗੀ ਜਿਉਂ ਵੀ ਆ, ਬਹੁਤ ਇੱਕ ਮਿਸਾਲ ਬਣੇ ਹੋ। ਤੁਸੀਂ ਐਸੇ ਕੰਮ ਵੀ ਨਹੀਂ ਕੀਤੇ ਕਿ ਤੁਸੀਂ ਗਲਤ ਰਾਹ ਅਖਤਿਆਰ ਕੀਤਾ। ਤੁਸੀਂ ਮਾਣਮੱਤੀ ਧੀ ਬਣ ਗਏ ਹੋ ਪੰਜਾਬ ਦੀ। ਮਾਣ ਮਹਿਸੂਸ ਹੁੰਦਾ ਤੁਹਾਡੇ ਤੇ ਕਿ ਤੁਸੀਂ ਔਰਤ ਹੋ ਕੇ ਕੰਮ ਕੀਤਾ ਜਿਹੜੇ ਮਰਦ ਵੀ ਨਹੀਂ ਕਰ ਸਕਦੇ। ਤੁਹਾਡਾ ਨਿਸ਼ਾਨਾ ਸੀ ਜਾਂ ਤੁਹਾਡੀ ਸੋਚ ਸੀ ਕਿ ਐਂਬੂਲੈਂਸ ਚਲਾਉਣੀ ਆ? ਨਹੀਂ, ਮੇਰੀ ਸੋਚ ਨਹੀਂ ਸੀ, ਮੇਰੀ ਆਮਦਨ ਦਾ ਸਾਧਨ ਕੋਈ ਨਹੀਂ ਸੀ ਤੇ ਮੇਰੇ ਭਰਾ ਦੇ ਕੋਲ ਇੰਨੀ ਹਿੰਮਤ ਨਹੀਂ ਸੀ, ਜਿਹੜਾ ਮੇਰਾ ਮੂੰਹ ਬੋਲਿਆ ਭਰਾ ਸੀ ਕਿ ਉਹ ਮੈਨੂੰ ਕਿਸੇ ਕੰਮ ਲਾ ਸਕੇ। ਆਪਣੇ ਕੋਲ ਉਹਦੇ 'ਚ ਕੋਈ ਹਿੰਮਤ ਨਹੀਂ ਸੀ ਕਿ ਉਹ ਮੈਨੂੰ ਕੋਈ ਇਦਾਂ ਦਾ ਸਾਧਨ ਦੇ ਦੇਵੇ ਕਿ ਜਿਹੜਾ ਮੈਂ ਕਰ ਲਾਂ। ਉਹਨੇ ਆਪਣਾ ਸਾਧਨ, ਜਿਹੜੀ ਉਹਦੀ ਆਪਣੀ ਐਂਬੂਲੈਂਸ ਨਹੀਂ, ਉਸ ਵੇਲੇ ਉਹਨੇ ਮੈਨੂੰ ਆਪਣੀ ਐਂਬੂਲੈਂਸ ਉਹਨੇ ਦਿੱਤੀ, ਬਗਾਨੇ ਨੇ, ਤੇ ਮੈਂ ਉਹ ਚਲਾਉਣ ਲੱਗੀ ਸੀ। ਦੂਜੀ ਗੱਲ ਇੱਥੇ ਇਹੀ ਆ ਵੀ ਬਗਾਨੇ ਹੀ ਕੰਮ ਆਏ, ਆਪਣਾ ਨਹੀਂ ਆਇਆ ਕੰਮ ਕੋਈ ਵੀ। ਭਰਾ ਮੇਰੇ ਦੁਸ਼ਮਣ ਤਾਂ ਬਣੇ ਜੇ ਮੇਰਾ ਭਰਾ ਇੱਕ ਇੰਗਲੈਂਡ ਦੇ ਵਿੱਚ ਆ, ਇੱਕ ਮੇਰਾ ਭਰਾ ਇੱਥੇ ਆ। ਜੇ ਮੈਂ ਉਹਦੇ ਬੌਸ ਦੀ ਘਰ ਵਾਲੀ ਜਾ ਕੇ ਉੱਥੇ ਬਣ ਜਾਂਦੀ ਤੇ ਮੇਰਾ ਭਰਾ ਅੱਜ ਇੰਗਲੈਂਡ ਦੇ ਵਿੱਚ ਪੱਕਾ ਹੁੰਦਾ ਤੇ ਮੇਰੇ ਭਰਾ ਨੇ ਮੇਰੇ ਮਗਰ ਫਿਰਨਾ ਸੀ। ਮੇਰਾ ਭਰਾ ਇੱਥੋਂ ਵੱਡਾ ਦੁਸ਼ਮਣ ਬਣ ਗਿਆ ਕਿ ਮੈਂ ਉਹਨਾਂ ਦੀ ਗੱਲ ਨਹੀਂ ਮੰਨੀ। ਇੱਕੋ ਜ਼ਿੰਦਗੀ ਦੇ ਵਿੱਚ ਜਿਹੜੀ ਮੈਂ ਉਹਨਾਂ ਦੀ ਗੱਲ ਨਹੀਂ ਮੰਨੀ ਤੇ ਮੇਰੇ ਅੱਜ ਭਰਾ ਵੱਡੇ ਦੁਸ਼ਮਣ ਤਾਂ ਬਣੇ ਆ। ਕਹਿੰਦੇ ਜਦੋਂ ਬਗਾਨੇ ਸਾਥ ਦਿੰਦੇ ਤੇ ਫਿਰ ਉਂਗਲਾਂ ਵੀ ਬਹੁਤ ਚੱਕੀਆਂ ਜਾਂਦੀਆਂ। ਬੜੀਆਂ ਚੁੱਕੀਆਂ ਗਈਆਂ ਸੀ, ਇੱਕ ਨਹੀਂ ਬੜੀਆਂ ਚੁੱਕੀਆਂ ਗਈਆਂ ਸੀ। ਪਰ ਮੇਰੇ ਭਰਾ ਨੇ ਜਦੋਂ ਮੈਨੂੰ ਸਟੈਂਡ ਕਰ ਦਿੱਤਾ ਸੀ, ਉਹਨੇ ਉਹ ਮੇਰੇ ਵੱਲ ਪਿੱਛਾ ਭੌਂ ਕੇ ਨਹੀਂ ਦੇਖਿਆ। ਉਹਨੇ ਇਹੀ ਗੱਲ ਕਹੀ ਕਿ ਤੂੰ ਆਪਣਾ ਮੁੰਡਾ ਪਾਲ, ਰੋਟੀ ਕਮਾ, ਕਿਸੇ ਵੱਲ ਨਾ ਦੇਖੀ। ਜੇ ਤੂੰ ਮੁੰਡਾ ਪਾਲਣਾ ਤਾਂ ਤੂੰ ਕਿਸੇ ਵੱਲ ਨਹੀਂ ਵੇਖਣਾ, ਅਸੀਂ ਤੇਰੇ ਇੱਥੋਂ ਤੱਕ ਸਾਥ ਦੇਣਾ ਹੀ ਦਿੱਤਾ। ਮੈਂ ਅੱਜ ਤੱਕ ਉਹਨੂੰ ਮੁੜ ਕੇ ਨਹੀਂ ਦੇਖਿਆ, ਉਹ ਮੇਰਾ ਭਰਾ ਕਿੱਥੇ ਗਿਆ ਕਿੱਥੇ ਨਹੀਂ ਗਿਆ। ਅਸੀਂ ਮਾਂ ਪੋਤੀ ਜੀਨੇ ਆ। ਤੁਹਾਡੀ ਸੋਚ ਐਂਬੂਲੈਂਸ ਚਲਾਉਣਾ ਸੀ ਜਾਂ ਤੁਹਾਡੀ ਸੋਚ ਡਰਾਈਵਿੰਗ ਕਰਨਾ ਸੀ? ਮੇਰੀ ਸੋਚ ਇਹੀ ਸੀ ਕਿ ਮੈਂ ਉਹ ਕੰਮ ਕਰਾਂ ਜਿਹੜਾ ਕਿਸੇ ਨਹੀਂ ਕੀਤਾ ਹੈਗਾ। ਮੈਂ ਇੱਕ ਅਲੱਗ ਅਲੱਗਾ ਕੰਮ ਕਰਨਾ ਚਾਹੁੰਦੀ ਸੀ ਵੀ ਮੈਂ ਜਿਹੜਾ ਕੰਮ ਕਰਾਂਗੀ ਲੋਕਾਂ ਨੇ ਕਹਿਣਾ ਇੱਦਾਂ ਕਿੱਦਾਂ ਇਹ ਮੁੰਡਾ ਪਾਲੇਗੀ। ਸਾਡੀ ਜੱਟਾਂ ਦੀ ਜਿਹੜੀ ਸੋਚ ਹੁੰਦੀ ਆ ਕਿ ਇਹਦੀ ਜ਼ਮੀਨ ਹੋਣੀ ਚਾਹੀਦੀ, ਇਹਦੀ ਜਾਇਦਾਦ ਹੋਣੀ ਚਾਹੀਦੀ ਹੈ। ਵਿਲੱਖਣਾ ਕੰਮ ਮੈਂ ਤਾਂ ਕੀਤਾ ਕਿ ਮੈਨੂੰ ਜਦੋਂ ਮੇਰੀ ਮਾਂ ਨੂੰ ਲੈ ਕੇ ਆਉਂਦੇ ਸੀ ਐਂਬੂਲੈਂਸ ਤੇ ਨਾ, ਤੇ ਰਸਤਾ ਮਿਲਦਾ ਸੀ, ਜਿੱਦਾਂ ਗੱਡੀਆਂ ਜਾਂਦੀਆਂ ਰਸਤਾ ਮਿਲਦਾ, ਪੁਲਿਸ ਵਾਲੇ ਦੇਖਦੇ ਸੀ। ਤੇ ਮੈਂ ਉਸ ਵੇਲੇ ਸੱਚ ਆ ਕਿ ਮੈਂ ਆਪਣੀ ਮਾਂ ਨੂੰ ਘੱਟ ਦੇਖਦੀ ਸੀ, ਮੈਂ ਐਂਬੂਲੈਂਸ ਨੂੰ ਜ਼ਿਆਦਾ ਦੇਖਦੀ ਸੀ ਵੀ ਉਹਨੂੰ ਕਿੱਦਾਂ ਲੈ ਕੇ ਜਾਂਦੇ ਆ। ਸ਼ੌਂਕ ਸੀ ਉਦੋਂ ਨਾ ਵੀ ਮੈਂ ਸੀਟ ਤੇ ਪਵਾਂ ਤੇ ਮੈਨੂੰ ਕਿੱਦਾਂ ਦਾ ਲੱਗੇਗਾ, ਪਰ ਮੈਨੂੰ ਨਹੀਂ ਸੀ ਪਤਾ ਕਿ ਸ਼ੌਂਕ ਮੇਰੀ ਮਜਬੂਰੀ ਬਣ ਜਾਣੀ ਆ। ਪਰ ਮੇਰੀ ਇਹ ਰੋਟੀ ਆ ਹੁਣ। ਅੱਜ ਇਹਦੇ ਕਰਕੇ ਮਨਜੀਤ ਦਾ ਨਾਂ ਚੱਲਦਾ ਕਿ ਮਨਜੀਤ ਐਂਬੂਲੈਂਸ ਡਰਾਈਵਰ। ਮਨਜੀਤ ਨੂੰ ਕਿੰਨਾ ਟਾਈਮ ਲੱਗ ਗਿਆ ਐਂਬੂਲੈਂਸ ਸਿੱਖਦਿਆਂ? ਸਿੱਖਣਾ ਤਾਂ ਸਾਈਕਲ ਬੜਾ ਮੁਸ਼ਕਲ ਹੋ ਜਾਂਦਾ, ਤੁਸੀਂ ਐਂਬੂਲੈਂਸ 15 ਦਿਨ ਦੇ ਵਿੱਚ ਭਾਜੀ ਐਂਬੂਲੈਂਸ ਸਿੱਖ ਲਈ ਸੀ। 16ਵੇਂ ਦਿਨ ਮੈਂ ਲੁਧਿਆਣੇ ਰੋਡ ਤੇ ਗੱਡੀ ਪਾਤੀ ਸੀ, ਕਿਉਂਕਿ ਮੇਰੇ ਦਿਲ ਦੇ ਵਿੱਚ ਇਹੀ ਸੀ ਕਿ ਮੈਂ ਗੱਡੀ ਚਲਾਣੀ ਆ, ਜੋ ਮਰਜ਼ੀ ਹੋ ਜੇ ਮੈਂ ਕੰਮ ਕਰਨਾ। ਔਰ ਮੈਂ 2 ਮਹੀਨੇ ਭਾਜੀ ਘਰੋਂ ਨਹੀਂ ਸੀ ਨਿਕਲੀ ਕਿ ਮੇਰੇ ਭਰਾਵਾਂ ਨੇ ਮੇਰੇ ਤੇ ਇਦਾਂ ਦੇ ਕੀਤੇ ਸੀ ਅਟੈਕ ਕਿ ਇਹਨੂੰ ਮਾਰਨਾ ਤੇ ਇਹਦੇ ਮੁੰਡੇ ਨੂੰ ਵੀ ਮਾਰਨਾ ਸੀ, ਇਹਨੂੰ ਜੀਣ ਨਹੀਂ ਦੇਣਾ। ਔਰ 2 ਮਹੀਨੇ ਘਰੋਂ ਨਹੀਂ ਸੀ ਬਾਹਰ ਨਿਕਲੀ ਕਿ ਮੈਂ ਲੋਕਾਂ ਦੇ ਘਰ ਝਾੜੂ ਪੋਚੇ ਵੀ ਕਰਦੀ ਸੀ, ਅੰਦਰੋਂ ਅੰਦਰ ਗੱਡੀ ਵੀ ਸਿੱਖਦੀ ਸੀ। ਮੈਂ ਘਰੋਂ ਨਹੀਂ ਬਾਹਰ ਨਿਕਲੀ, ਪਰ ਮੈਂ 15 ਦਿਨ ਦੇ ਵਿੱਚ ਗੱਡੀ ਚਲਾਉਣੀ ਸਿੱਖ ਲਈ ਸੀ। ਹੁਣ ਮੈਂ ਅੱਗੋਂ ਮੈਂ ਸ਼ੁਰੂ ਲੱਗੀ ਆ ਕਰਨ ਕਿ ਮੈਂ ਬੱਚਿਆਂ ਨੂੰ ਗੱਡੀ ਸਿਖਾਉਣ ਲੱਗੀ ਆ, ਟ੍ਰੇਨਿੰਗ ਸੈਂਟਰ ਖੋਲ੍ਹਣਾ। ਤੁਹਾਡੀ ਮੈਰਿਜ ਹੋਈ ਸੀ, ਤੁਹਾਡੇ ਪਤੀ ਨੂੰ ਜ਼ਮੀਨ ਕਿੰਨੀ ਆਉਂਦੀ ਸੀ? ਉਦੋਂ ਉਹਨਾਂ ਨੂੰ 6 ਕਿੱਲੇ ਜ਼ਮੀਨ ਆਉਂਦੀ ਸੀ। 6 ਕਿੱਲਿਆਂ ਦੀ ਮਾਲਕਣ ਹੋ ਗਈ ਤੇ ਮਨਜੀਤ ਕੌਰ ਨੂੰ ਲੋਕਾਂ ਦੇ ਘਰਾਂ 'ਚ ਝਾੜੂ ਪੋਚੇ ਲਾਉਣੇ ਪੈ ਗਏ। ਘਰ ਵਾਲੇ ਨੇ ਜ਼ਮੀਨ ਸਾਰੀ ਵੇਚਤੀ, ਕਨਾਲ ਕਰਕੇ ਸਾਰੀ ਸ਼ਰਾਬਾਂ ਦੇ ਨਾਲ ਵੇਚ ਦਿੱਤੀ। ਉਦੋਂ ਹਿੰਮਤ ਨਹੀਂ ਸੀ ਹੁੰਦੀ, ਇਹ ਨਹੀਂ ਸੀ ਪੁੱਛਣ ਦਾ ਹੱਕ ਹੁੰਦਾ ਵੀ ਆਪਾਂ ਜ਼ਮੀਨ ਦਾ ਜਿਹੜੇ ਫਸਲ ਵੇਚ ਕੇ ਆਏ ਆ, ਕਿੱਥੇ ਵੇਚ ਕੇ ਆਏ ਤੇ ਕਿੱਥੇ ਲੱਗੀ ਆ ਸਾਡੀ। ਸਾਨੂੰ ਉਦੋਂ ਹਿੰਮਤ ਨਹੀਂ ਸੀ ਹੁੰਦੀ, ਸਾਨੂੰ ਇਹਨਾਂ ਹੱਕ ਹੀ ਨਹੀਂ ਸੀ ਹੁੰਦਾ ਵੀ ਬੰਦਾ ਬਾਹਰੋਂ ਆਇਆ ਕੀ ਕਰਕੇ ਆਇਆ ਕੀ ਨਹੀਂ ਕਰਕੇ ਆਇਆ। ਇਹ ਸਾਡੇ ਸਹੁਰਿਆਂ ਦਾ ਰੂਲ ਸੀ ਵੀ ਪੁੱਛਣਾ ਨਹੀਂ ਕਿਸੇ ਨੇ ਕੁਝ ਵੀ। ਸ਼ਰਾਬ ਪੀ ਕੇ ਆਇਆ, ਕੁੱਟ ਲਿਆ, ਮਾਰ ਲਿਆ, ਬਸ ਆਹੀ ਕੁਝ ਹੁੰਦਾ ਸੀ। ਅੱਛਾ ਜੀ। ਅੱਗੇ ਰੋਟੀ ਪਈ ਹੁੰਦੀ ਸੀ, ਸਿਰ ਦੇ ਵਿੱਚ ਡਾਂਗ ਹੁੰਦੀ ਸੀ, ਆਹੀ ਕੁਝ ਹੁੰਦਾ ਸੀ। ਅੱਜ ਤੱਕ ਮੈਂ ਉਸ ਘਰ ਦੇ ਵਿੱਚ ਸੁੱਖ ਨਹੀਂ ਦੇਖਿਆ। ਉੱਥੇ ਮੇਰਾ ਘਰ ਕਨਾਲ ਥਾਂ ਦੇ ਵਿੱਚ ਘਰ ਸੀ, ਅੱਜ ਮੈਂ 2 ਮਰਲੇ 'ਚ ਸੌਖੀ ਆ, ਪਰ ਉੱਥੇ ਮੈਂ ਕਨਾਲ ਥਾਂ ਦੇ ਵਿੱਚ ਵੀ ਮੈਂ ਇੱਕ ਬਲਦੀ ਚਿਖਾ ਦੇ ਵਿੱਚ ਸੀ, ਜਿੰਦੀ ਚਿਖਾ ਦੇ ਵਿੱਚ, ਜਿਹਨੂੰ ਕਹਿ ਲਓ ਮੈਂ ਜਿੰਦੀ ਚਿਖਾ ਦੇ ਵਿੱਚ ਸੀ ਉੱਥੇ। ਜਿਹੜਾ ਤੁਹਾਡੇ ਨਾਲ ਦੁਰਵਿਵਹਾਰ ਵਾਲੀ ਗੱਲ ਹੈ, ਇਹ ਮੈਰਿਜ ਤੋਂ ਕਿੰਨਾ ਟਾਈਮ ਬਾਅਦ ਹੋਣ ਲੱਗੀ ਤੁਹਾਡੀ? ਇਹ ਤਾਂ ਮੇਰੇ ਕੋਲ ਕਰੀਬ 10 ਦਿਨ ਵੀ ਨਹੀਂ ਸੀ ਲੰਘੇ, ਕਿਉਂਕਿ ਮੈਨੂੰ ਮੀਟ ਸ਼ਰਾਬ ਤੋਂ ਨਫ਼ਰਤ ਸੀ। ਸਾਡੇ ਘਰ ਦੇ ਵਿੱਚ ਕੋਈ ਮੀਟ ਸ਼ਰਾਬ ਨਹੀਂ ਸੀ ਖਾਂਦਾ ਹੁੰਦਾ, ਤੇ ਉਹਨਾਂ ਦੇ ਇਹੀ ਸਵਾਲ ਸੀ ਕਿ ਮੀਟ ਬਣਾ ਕੇ ਦੇ। ਮੈਂ ਕਿਹਾ ਵੀ ਮੈਨੂੰ ਨਹੀਂ ਬਣਾਉਣਾ ਆਉਂਦਾ। ਮੇਰਾ ਘਰ ਵਾਲਾ ਕਹਿੰਦਾ ਬਣਾਉਣਾ ਨਹੀਂ ਆਉਂਦਾ ਤਾਂ ਫਿਰ ਤੂੰ ਆਈ ਕੀ ਕਰਨੇ ਆ, ਤੂੰ ਸਿੱਖਿਆ ਕੀ ਹੈ? ਉੱਥੇ ਹੀ ਉਹਨੇ ਕੁੱਟਮਾਰ ਸ਼ੁਰੂ ਕਰ ਦਿੱਤੀ। ਅੱਜ ਵੀ ਤੁਸੀਂ ਅਲੱਗ ਲੈ ਰਹੇ ਹੋ, ਅੱਜ ਤੁਸੀਂ ਇੱਕ ਦੂਜੇ ਤੋਂ ਵੱਖ ਹੋਏ ਹੋ, ਤੁਸੀਂ ਉਸੇ ਦਿਨ ਕਿਉਂ ਨਾ ਹੋਗੇ ਜਿੱਦੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ? ਉਦੋਂ ਮੈਨੂੰ ਕੋਈ ਆਸਰਾ ਸਾਧਨ ਨਹੀਂ ਸੀ ਦਿਸਦਾ। ਹੁਣ ਮੇਰਾ ਬੇਟਾ ਮੇਰੇ ਨਾਲ ਹੈਗਾ ਆ, ਹੁਣ ਮੈਨੂੰ ਕੋਈ ਡਰ ਦੀਨ ਦੁਨੀਆ ਦਾ ਕੋਈ ਡਰ ਨਹੀਂ। ਉਦੋਂ ਮੈਨੂੰ ਡਰ ਹੁੰਦਾ ਸੀ ਮੇਰੇ ਪੇਕੇ ਨਾ ਕੁਝ ਕਹਿਣ, ਮੇਰੇ ਸਹੁਰੇ ਨਾ ਕੁਝ ਕਹਿਣ, ਪਰ ਉਹਨਾਂ ਨੇ ਕਹਿ ਹੀ ਦੇਣਾ ਸੀ ਜੋ ਕਹਿਣਾ ਸੀ। ਮੈਨੂੰ ਇਹ ਚੀਜ਼ ਦਾ ਸੀ ਕਿ ਮੈਂ ਆਪਣਾ ਬੇਟਾ ਪਾਲਣਾ। ਕੱਲ ਨੂੰ ਮੇਰਾ ਬੇਟਾ ਨਾ ਕੁਝ ਕਹੇ ਕਿ ਮੇਰੀ ਮਾਂ ਮੈਨੂੰ ਛੱਡ ਕੇ ਚਲੇ ਗਈ ਹੈ। ਮੈਂ ਬਸ ਆਪਣੇ ਬੇਟੇ ਦਾ ਕਰਕੇ ਇੱਥੇ ਤੱਕ ਪਹੁੰਚੀ। ਤੁਸੀਂ 15 ਦਿਨਾਂ ਦੀ ਗੱਲ ਕਰਦੇ, 15 ਦਿਨਾਂ 'ਚ ਤੁਸੀਂ ਐਂਬੂਲੈਂਸ ਸਿੱਖ ਗਏ।
15 ਦਿਨਾਂ ਬਾਅਦ ਸਭ ਤੋਂ ਪਹਿਲਾਂ ਮਨਜੀਤ ਕਿਹੜੇ ਪਾਸੇ ਨੂੰ, ਕਿਹੜੇ ਰੂਟ ਮੈਂ ਤੇ ਜਿਹੜੀ ਨਕੋਦਰ ਰੋਡ ਤੇ ਗਈ ਸੀ, ਡੈੱਡ ਬੋਡੀ ਲੈ ਕੇ ਗਈ ਸੀ 16ਵੇਂ ਦਿਨ। ਤੇ ਮੈਂ ਜਦੋਂ ਲੈ ਕੇ ਡੈੱਡ ਬੋਡੀ ਗਈ ਤੇ ਉਹਨਾਂ ਦੀ ਮਾਂ ਮਰੀ ਸੀ ਕੁੜੀਆਂ ਦੀ ਜਿੱਦਾਂ, ਤੇ ਉਹ ਵੀ ਇਦਾਂ ਮੇਰੇ ਵਾਂਗੂ ਰੋਂਦੀਆਂ ਹੀ ਸੀ ਉਹ ਕੁੜੀਆਂ ਵੀ। ਤੇ ਮੈਂ ਉਹਨਾਂ ਨੂੰ ਰੋਂਦੀਆਂ ਨੂੰ ਵੇਖ ਕੇ ਮੈਂ ਖੁਦ ਰੋਣ ਲੱਗ ਪਈ। ਉਸੇ ਭਰਾ ਦਾ ਮੇਰਾ ਫੋਨ ਆਇਆ ਵੀ ਪਹਿਲੀ ਵਾਰੀ ਇਹਨੂੰ ਮੈਂ ਭੇਜਿਆ ਤੇ ਕਿਤੇ ਵੀ ਇਹਨੂੰ ਕੋਈ ਪ੍ਰੋਬਲਮ ਨਾ ਆਏ। ਮੈਨੂੰ ਉਹਨੇ ਫੋਨ ਕੀਤਾ, ਮੈਂ ਅਜੇ ਨਕੋਦਰ ਨਹੀਂ ਸੀ ਪਹੁੰਚੀ। ਕਹਿੰਦਾ ਕਿੱਥੇ ਆ? ਤੇ ਮੈਂ ਕਿਹਾ ਮੈਂ ਵੀ ਡੈੱਡ ਬੋਡੀ ਲੈ ਕੇ ਜਾਣੀ। ਕਹਿੰਦੇ ਕੀ ਹੋਇਆ? ਮੈਂ ਕਿਹਾ ਇਹਨਾਂ ਕੁੜੀਆਂ ਦੀ ਨਾ ਮਾਂ ਮਰ ਗਈ ਆ। ਮੈਨੂੰ ਤੇ ਉਹਨਾਂ ਦੀ ਮਾਂ ਨਹੀਂ ਸੀ, ਮੈਨੂੰ ਆਪਣੀ ਮਾਂ ਚੇਤੇ ਆ ਗਈ ਸੀ ਕਿ ਮਾਂ ਮਰ ਜੇ ਤੇ ਬਾਅਦ ਚ ਕੋਈ ਨਹੀਂ ਪੁੱਛਦਾ ਹੁੰਦਾ ਨਾ, ਤੇ ਮੈਨੂੰ ਆਪਣੀ ਮਾਂ ਚੇਤੇ ਆਈ। ਫਿਰ ਮੈਂ ਘਰ ਆਈ ਤੇ ਮੇਰੇ ਭਰਾ ਨੇ ਮੇਰੇ ਆਉਂਦਿਆਂ ਨਾ ਮੂੰਹ ਤੇ ਚਪੇੜ ਮਾਰੀ ਬੜੇ ਜ਼ੋਰ ਦੇ ਨਾਲ। ਬੇਟਾ ਮੇਰਾ ਕੋਲ ਸੀ, ਉਹ ਕਹਿੰਦਾ ਮਾਮੂ ਤੁਸੀਂ ਮੰਮਾ ਦੇ ਕਿਉਂ ਮਾਰਿਆ? ਕਹਿੰਦਾ ਇਹਦੇ ਲਈ ਇਸ ਲਈ ਮਾਰ ਲਿਆ ਵੀ ਜਾਂ ਤਾਂ ਗੱਡੀ ਚਲਾ ਲੈ ਤੇ ਜਾਂ ਫਿਰ ਲੋਕਾਂ ਦੇ ਘਰ ਝਾੜੂ ਪੋਚੇ ਕਰ ਲੈ। ਉਸ ਤੋਂ ਬਾਅਦ ਫਿਰ ਮੈਂ ਨਹੀਂ ਪਿੱਛਾ ਭੌਂ ਕੇ ਦੇਖਿਆ। ਫਿਰ ਮੈਂ ਇਹੀ, ਮੇਰਾ ਮਨ ਪੱਥਰ ਹੋ ਗਿਆ। ਮੇਰਾ ਕੋਈ ਆਪਣਾ ਵੀ ਮਰ ਜਾਂਦਾ ਸੀ ਨਾ, ਮਤਲਬ ਕਿ ਜਿੱਦਾਂ ਆਪਣਾ ਤਾਂ ਖੈਰ ਹੈ ਨਹੀਂ, ਕੋਈ ਵੀ ਮਰ ਜਾਂਦਾ ਸੀ ਨਿਗਦੀ, ਤੇ ਮੈਨੂੰ ਰੋਣ ਨਹੀਂ ਸੀ ਹੁੰਦਾ। ਰੋਣ ਮੈਨੂੰ ਉਦੋਂ ਹੁੰਦਾ ਜਦੋਂ ਮੇਰੇ ਕੋਲ ਬੇਟੇ ਨੂੰ ਦੁੱਖ ਹੁੰਦਾ, ਮੈਨੂੰ ਵੈਸੇ ਰੋਣ ਨਹੀਂ ਹੁੰਦਾ। ਮੇਰਾ ਮਨ ਪੱਥਰ ਹੋ ਗਿਆ ਹੁਣ। ਜਦੋਂ ਤੁਸੀਂ ਐਕਸੀਡੈਂਟ ਹੋਇਆ ਦੇਖਦੇ ਹੋ, ਐਨ ਮੰਨ ਲਓ ਸਰੀਰ ਖਿਲ ਰਿਹਾ ਪਿਆ, ਐਕਸੀਡੈਂਟ ਹੋ ਗਿਆ, ਕੋਈ ਮੋਟਰਸਾਈਕਲ ਮੈਂ ਐਕਸੀਡੈਂਟ ਦੇਖੇ ਆ ਜਿਹੜੇ ਟ੍ਰੇਨ ਦੇ ਉੱਤੇ ਇਦਾਂ ਉਹ ਪਟੜੀ ਦੇ ਉੱਤੇ ਹੁੰਦੇ ਆ ਨਾ, ਉਹਨਾਂ ਨੂੰ ਮੈਂ ਗਲਵਜ਼ ਕਰਕੇ, ਮੈਨੂੰ ਜਿੱਦਾਂ ਟ੍ਰੇਨ ਵਾਲੇ ਪੁਲਿਸ ਵਾਲੇ ਜਿਹੜੇ ਮੈਨੂੰ ਫੋਨ ਕਰਦੇ ਸੀ ਨਾ, ਤੇ ਉਹਨਾਂ ਨੂੰ ਮੈਂ ਹੱਥਾਂ ਦੇ ਲਿਫਾਫੇ, ਸਾਡੇ ਕੋਲ ਗਲਵਜ਼ ਨਹੀਂ ਸੀ ਹੁੰਦੇ ਕਿਉਂਕਿ ਆਪਣੀ ਗੱਡੀ ਸੀ, ਲਿਫਾਫੇ ਪਾ ਕੇ ਉਹਨਾਂ ਦੇ ਉੱਤੇ, ਫਿਰ ਉਹਨਾਂ ਨੂੰ ਟਰੈਕ ਤੋਂ ਇਕੱਠੇ ਕਰਕੇ, ਫਿਰ ਉਹਨਾਂ ਦੀ ਗੰਢ ਬੰਨ੍ਹ ਕੇ, ਜਿੱਥੇ ਜਿੱਥੇ ਦਾ ਐਡਰੈਸ ਹੁੰਦਾ ਸੀ, ਜਿੱਦਾਂ ਯੂਪੀ ਬਿਹਾਰ ਵੱਲ ਦੇ ਭਈਏ ਜ਼ਿਆਦਾਤਰ ਟ੍ਰੇਨਾਂ ਤੋਂ ਉਹੀ ਡਿੱਗਦੇ ਹੁੰਦੇ ਆ, ਉਹਨਾਂ ਨੂੰ ਫਿਰ ਉੱਥੋਂ ਦੂਰ ਦੂਰ ਤੱਕ ਛੱਡ ਕੇ ਆਉਂਦੇ ਹੁੰਦੇ ਸੀ, ਹੱਥਾਂ ਦੇ ਨਾਲ ਇਕੱਠੇ ਕਰਕੇ ਪੰਡ ਬੰਨ੍ਹ ਕੇ ਫਿਰ ਉਹਨਾਂ ਨੂੰ ਲੈ ਕੇ ਜਾਈਦਾ ਹੁੰਦਾ ਸੀ। ਐਡਾ ਮਨਜੀਤ ਦਾ ਪੱਥਰ ਦਿਲ ਕਿਤੇ ਪਿਘਲਿਆ ਨਹੀਂ ਇਹੋ ਜਿਹੇ ਹਾਲਾਤ ਦੇਖ? ਨਹੀਂ, ਮੇਰਾ ਨਹੀਂ ਕਦੀ ਪਿਘਲਿਆ। ਮੈਨੂੰ ਤੇ ਇਹ ਹੁੰਦਾ ਸੀ ਕਿ ਮੈਂ ਇਹਨਾਂ ਨੂੰ ਲੈ ਕੇ ਜਾਵਾਂਗੀ ਤੇ ਮੇਰੇ ਪੈਸੇ ਆਉਣਗੇ ਤੇ ਮੇਰੀਆਂ ਘਰ ਦੀਆਂ ਕਿਸ਼ਤਾਂ ਲੱਥਣਗੀਆਂ ਤੇ ਮੈਂ ਘਰ ਦੇ ਵਿੱਚ ਰੋਟੀ ਪਕਾਵਾਂਗੀ। ਮੇਰੇ ਲਈ ਉਸ ਵੇਲੇ ਮੇਰੀ ਰੋਟੀ ਹੁੰਦੀ ਸੀ ਇੱਕ। ਅਗਲੇ ਦਾ ਜੀ ਜਾਂਦਾ ਸੀ ਪਰ ਮੇਰੀ ਰੋਟੀ ਹੁੰਦੀ ਸੀ, ਕਿਉਂਕਿ ਮੇਰੇ ਕੋਲ ਆਮਦਨ ਦਾ ਸਾਧਨ ਇਹੀ ਸੀ। ਤੇਰੇ ਤੇ ਇਹੀ ਚੀਜ਼ਾਂ ਜਾਣੀਆਂ, ਜਾਂ ਜਿੰਦਾ ਜਾਂ ਮਰਿਆ। ਘਰ ਚਲਾਉਣ ਲਈ ਜਿਹੜੀ ਇਹ ਸੋਚਦੇ ਸੀ ਕਿਸੇ ਨਾ ਕਿਸੇ ਪਾਸੋਂ ਫੋਨ ਆਵੇ ਤੇ ਮਨਜੀਤ ਗੱਡੀ ਲੈ ਕੇ ਜਾਵੇ। ਮੈਂ ਉਸੇ ਵੇਲੇ ਤੁਰ ਪੈਂਦੀ ਹਾਂ, ਚਾਹੇ ਮੈਂ ਨਹਾਉਂਦੀ ਹੋਵਾਂ, ਚਾਹੇ ਮੈਂ ਖਾਣਾ ਬਣਾਉਂਦੀ ਹੋਵਾਂ, ਚਾਹੇ ਮੈਂ ਕੋਈ ਵੀ ਕੰਮ ਕਰਦੀ ਹੋਵਾਂ। ਮੈਂ ਕਦੀ ਹਨੇਰਾ ਨਹੀਂ ਵੇਖਿਆ, ਸਵੇਰਾ ਨਹੀਂ, ਮੈਂ ਚੱਲ ਪੈਂਦੀ ਹਾਂ। ਕਿੰਨੀਆਂ ਸਟੇਟਾਂ 'ਚ ਹੁਣ ਤੱਕ ਜਾਏ ਹੋ ਜੀ? ਮੈਂ ਵੀ ਹਿਸਾਬ ਲਾ ਲਓ ਦਿੱਲੀ, ਯੂਪੀ, ਬਿਹਾਰ, ਨੇਪਾਲ, ਅਸਾਮ, ਰਾਜਸਥਾਨ, ਬੰਬੇ ਸਾਰੇ ਜਾ ਕੇ ਆਈ ਹਾਂ ਮੈਂ। ਆਮ ਤੌਰ ਤੇ ਆਪਾਂ ਸੁਣਦੇ ਹਾਂ ਕੋਈ ਟਰੱਕ ਡਰਾਈਵਰ ਆ, ਕੋਈ ਗੱਡੀ ਡਰਾਈਵਰ ਆ, ਕਹਿੰਦੇ ਫਲਾਣੇ ਥਾਂ ਲੁੱਟਣ ਪੈ ਗਏ, ਮਾਰਨ ਪੈ ਗਏ, ਗੱਡੀ ਖੋਹਣ ਪੈ ਗਏ। ਉਹ ਮਰਦਾਂ ਦੇ ਨਾਲ ਹੁੰਦਾ। ਤੁਸੀਂ ਔਰਤਾਂ, ਤੁਹਾਨੂੰ ਕਿਤੇ ਐਸੀਆਂ ਮੁਸੀਬਤਾਂ ਦਾ ਸਾਹਮਣਾ ਨਹੀਂ? ਚੁੱਕਿਆ ਇਹ ਚੀਜ਼ ਹੋਈ ਸੀ ਮੇਰੇ ਨਾਲ, ਪਰ ਮੇਰੇ ਕੋਲ ਮੈਂ ਆਪਣੀ ਗੱਡੀ ਦੇ ਵਿੱਚ ਹਥਿਆਰ ਰੱਖਿਆ ਹੁੰਦਾ ਸੀ। ਇਹ ਮੇਰੇ ਨਾਲ ਉੱਥੇ ਹੋਇਆ ਸੀ ਬਿਹਾਰ ਦੇ ਵਿੱਚ ਜਾ ਕੇ, ਜਿੱਦਾਂ ਡਰਾਈਵਰ ਮੇਰੇ ਨਾਲ ਸੀ ਤੇ ਅਸੀਂ, ਉਹ ਸੋ ਗਿਆ ਵੀ, ਦੂਰ ਦੇ ਥੱਕੇ ਸੀ ਅਸੀਂ, ਉਹ ਸੋ ਗਿਆ, ਸਾਨੂੰ ਬੰਦੇ ਪਏ ਆ, ਪਰ ਮੈਂ ਉਸ ਵੇਲੇ ਵੀ ਉਹ ਡਰਾਈਵਰ ਸੁੱਤਾ ਰਹਿ ਗਿਆ। ਪਰ ਮੈਂ ਆਪਣੀ ਗੱਡੀ ਦੇ ਵਿੱਚੋਂ ਦਾਤਰ ਕੱਢ ਕੇ ਮੈਂ ਉਹਦੇ ਮਗਰ ਗਈ ਆ, ਪਰ ਮੈਂ ਉੱਥੋਂ ਵੀ ਬਚਾ ਕੇ ਨਿਕਲ ਕੇ ਆਈ ਹਾਂ। ਪੈਂਦੇ ਆ ਬੰਦੇ, ਇਹ ਨਹੀਂ ਪੈਂਦੇ ਆ, ਪਰ ਮੈਂ ਅੱਜ ਤੱਕ ਟੱਚ ਕੋਟ ਇਦਾਂ ਦਾ ਕੁਝ ਨਹੀਂ ਮੇਰੇ ਨਾਲ ਨਹੀਂ ਹੋਇਆ। ਹੋਰ ਨਹੀਂ ਕੋਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ? ਆਮ ਤੌਰ ਤੇ ਕੀ ਹੁੰਦਾ ਕਿ ਔਰਤਾਂ ਨੂੰ ਬਹੁਤੇ ਲੋਕ ਬੁਰੀ ਅੱਖ ਨਾਲ ਦੇਖਦੇ ਆ ਕਿ ਫਲਾਨੀ ਔਰਤ ਹੈ, ਇਦਾਂ ਬਹੁਤ ਕੁਝ ਸੋਚਦੇ ਆ, ਬਹੁਤ ਕੁਝ ਕਹਿੰਦੇ ਆ। ਹੋਇਆ ਸੀ, ਉਹ ਵੀ ਹੋਇਆ ਸੀ। ਪੁਲਿਸ ਮੁਲਾਜ਼ਮ ਸੀ ਸਾਡੇ ਜਲੰਧਰ ਦੇ, ਨਹੀਂ ਸੀ ਵੈਸੇ। ਪੰਜਾਬ ਪੁਲਿਸ ਸਾਡੀ ਬਹੁਤ ਵਧੀਆ ਹੈ, ਮੈਨੂੰ ਬਹੁਤ ਹੈਲਪ ਕੀਤੀ ਆ ਉਹਨਾਂ ਨੇ। ਇੱਕ ਪੁਲਿਸ ਵਾਲਾ ਮੈਨੂੰ ਮਿਲਿਆ ਸੀ ਰਾਤ ਦੇ 1:30 ਦਾ ਟਾਈਮ ਸੀ, ਬਰਸਾਤ ਦਾ ਟਾਈਮ ਸੀ। ਡੈੱਡ ਬੋਡੀ ਲੈ ਕੇ ਮੈਂ ਜਾਣੀ ਸੀ ਪਠਾਨਕੋਟ ਨੂੰ ਜਲੰਧਰ ਤੋਂ। ਉਹਨੇ ਰਾਤ ਨੂੰ ਮੇਰੇ ਨਾਲ ਗਲਤ ਹਰਕਤ ਕੀਤੀ, ਉਹ ਮੈਨੂੰ ਉਹ ਕਦੇ ਵੀ ਨਹੀਂ ਭੁੱਲਣੀ, ਅੱਜ ਨਹੀਂ, ਉਹ ਕਦੇ ਵੀ ਨਹੀਂ ਭੁੱਲਣੀ। ਉਹਨੇ, ਉਸ ਇਨਸਾਨ ਨੇ ਮੇਰੇ ਨਾਲ ਗਲਤ ਹਰਕਤ ਕੀਤੀ ਸੀ, ਪਰ ਮੈਂ ਉਹਨੂੰ ਉਹਦਾ ਜਵਾਬ ਦਿੱਤਾ ਸੀ। ਮੈਂ ਉਹਨੂੰ ਮੀਂਹ ਦੇ ਵਿੱਚ, ਇੱਕ ਡੈੱਡ ਬੋਡੀ ਗੱਡੀ ਦੇ ਵਿੱਚ ਪਈ ਸੀ ਪੁਲਿਸ ਵਾਲਿਆਂ ਦੀ, ਇੱਕ ਗੱਡੀ ਮੇਰੇ ਅੱਗੇ ਸੀ, ਇੱਕ ਮੇਰੇ ਪਿੱਛੇ ਸੀ, ਔਰ ਮੈਂ ਉਹਨੂੰ ਬੰਦੇ ਨੂੰ, ਪੁਲਿਸ ਵਾਲੇ ਨੂੰ ਕਾਲਰ ਤੋਂ ਫੜ ਕੇ ਬਾਹਰ ਕੱਢਿਆ। ਮੈਂ ਉਹਨੂੰ ਮਾਰਿਆ ਵੀ, ਮੈਨੂੰ ਖੌਫ ਨਹੀਂ ਆਇਆ। ਮੈਨੂੰ ਖੌਫ ਤਾਂ ਨਹੀਂ ਆਇਆ ਕਿ ਮੈਂ ਆਪਣੇ ਸਹੀ ਕੰਮ ਤੇ ਚੱਲਣ ਡਈ ਹਾਂ, ਮੈਨੂੰ ਇਹ ਨਜਾਇਜ਼ ਤੰਗ ਕਰਦਾ। ਜੇ ਮੈਂ ਬੋਲਾਂਗੀ ਤੇ ਮੇਰੇ ਨਾਲ 4 ਜਾਣੇ ਬੋਲਣਗੇ, ਪਰ ਇਹ ਹਿਸਾਬ ਲਾ ਲਓ ਕਿ ਰਾਤ ਦਾ 1:30 ਦਾ ਟਾਈਮ, ਤੂੰ ਮੀਂਹ ਪੈਂਦਾ, ਜਨਾਨੀ ਇਕੱਲੀ ਹੋਵੇ ਤੇ ਦਿਲ ਡਰਦਾ ਆ, ਪਰ ਮੇਰਾ ਦਿਲ ਨਹੀਂ ਸੀ ਡਰਿਆ। ਇਹੀ ਸੋਚਿਆ ਸੀ ਜਾਂ ਆਰ ਜਾਂ ਪਾਰ, ਕੁਛ ਨਹੀਂ ਹੁੰਦਾ। ਜਦੋਂ ਘਰੋਂ ਹੀ ਨਿਕਲ ਪਏ, ਰੋਟੀ ਕਮਾਉਣ ਵਾਸਤੇ ਨਿਕਲੇ, ਅਸੀਂ ਕਿਹੜਾ ਗਲਤ ਕੰਮ ਨੂੰ ਨਿਕਲੇ ਆ। ਇਸ ਵਾਸਤੇ ਕੋਈ ਡਰ ਨਹੀਂ ਲੱਗਦਾ। ਸਰਕਾਰਾਂ ਨਾਅਰਾ ਲਾਉਂਦੀਆਂ ਜੀ, ਧੀਆਂ ਬਚਾਓ। ਗਲਤ ਆ ਇਹ, ਨਾਅਰੇ ਹੀ ਆ ਸਾਡੇ। ਮੈਂ ਸਿਵਲ ਹਸਪਤਾਲ ਗੱਡੀ ਖਿਲਾਰਦੀ ਸੀ, ਮੈਨੂੰ ਤਾਂ ਗੱਡੀ ਖਿਲਾਰਨ ਦਾ ਉੱਥੇ ਹੁਕਮ ਨਹੀਂ ਸੀ ਮਿਲਦਾ। ਇੱਕ ਸਿਰਫ ਗੱਡੀ ਖੜੀ ਕਰਨ ਦਾ ਨਹੀਂ ਸੀ ਉੱਥੇ ਹੁਕਮ। ਇਸ ਵੇਲੇ ਸਾਰੀਆਂ ਗੱਡੀਆਂ ਸਿਵਲ ਦੇ ਵਿੱਚ ਲੱਗੀਆਂ। ਜਦੋਂ ਮੇਰੀ ਲੱਗੀ ਸੀ ਉਦੋਂ ਕੋਈ ਇੱਧਰੋਂ ਪਰਚਾ ਆ ਜਾਂਦੀ ਸੀ, ਕੋਈ ਇੱਧਰੋਂ ਪੁਲਿਸ ਆ ਜਾਂਦੀ ਸੀ, ਇੱਧਰੋਂ ਥਾਣਾ ਆ ਜਾਂਦਾ ਸੀ। ਅੱਜ ਉੱਥੇ ਸਾਰੀਆਂ ਗੱਡੀਆਂ ਲੱਗੀਆਂ ਨੇ। ਕੋਈ ਧੀ ਨਹੀਂ ਬਚਾਓ, ਆਪਣੀ ਬਚਾਓ ਆਪੇ ਕਰੋ। ਕੋਈ ਨਹੀਂ ਕਿਸੇ ਨੂੰ ਬਚਾਉਂਦਾ। ਉਹ ਨਾਅਰੇ ਸਟੇਜਾਂ ਤੇ ਚੜ੍ਹ ਕੇ ਲੱਗਦੇ ਨੇ। ਕੀ ਗੱਲ, ਇਹ ਦੁਨੀਆ ਨੂੰ ਜਿਹੜੀਆਂ ਮੇਰੀਆਂ ਖਬਰਾਂ ਚੱਲਦੀਆਂ ਜਾਂ ਧੀਆਂ ਦੀਆਂ ਚੱਲਦੀਆਂ, ਕੋਈ ਧੀ ਕਿਤੇ ਰੋਂਦੀ ਹੈ, ਕੋਈ ਕਿਤੇ ਰੋਣ ਡਈ ਹੈ, ਕਿਤੇ ਬਲਾਤਕਾਰ ਹੁੰਦੇ ਨੇ, ਕਿਤੇ ਸਹੁਰੇ ਸਾੜਦੇ ਨੇ, ਕਿਤੇ ਸੱਸਾਂ ਮਾਰਦੀਆਂ ਨੇ। ਕੀ ਗੱਲ, ਉਹ ਪਤਾ ਨਹੀਂ ਲੱਗਦਾ ਸਰਕਾਰਾਂ ਨੂੰ? ਉਹ ਬਸ ਸਟੇਜਾਂ ਤੇ ਚੜ੍ਹ ਕੇ ਹੁੰਦਾ ਆ। ਧੀਆਂ ਨੂੰ ਕਦੀ ਨਹੀਂ ਕਿਸੇ ਨੇ, ਅੱਜ ਤੱਕ ਮੈਂ 14 ਸਾਲ ਹੋ ਗਏ ਨੇ ਮੈਨੂੰ ਗੱਡੀ ਚਲਾਉਂਦੇ ਆ, ਇੰਨੇ ਮੇਰੇ ਨਾਲ ਇੰਨੇ ਕੰਮ ਹੋ ਹਟੇ ਨੇ, ਮੇਰੇ ਇੰਨੇ ਕੇਸ ਹੋ ਹਟੇ ਨੇ। ਕੀ ਗੱਲ, ਕਿਸੇ ਸਰਕਾਰ ਨੇ ਪੜ੍ਹਿਆ ਨਹੀਂ? ਕਿਸੇ ਨੇ ਅੱਜ ਤੱਕ, ਕਿਸੇ ਮੇਰੀ ਪ੍ਰਾਈਵੇਟ ਬੰਦਿਆਂ ਨੇ ਮੇਰੀ ਜਿਹੜੀ ਹੈਲਪ ਕੀਤੀ, ਪਰ ਮੇਰੀ ਸਰਕਾਰ ਨੇ ਤੇ ਅੱਜ ਤੱਕ ਨਹੀਂ ਸੁਣੀ ਕੋਈ ਵੀ। ਮੈਂ ਉਹੀ ਗੱਲ ਕਰਦਾ ਜੀ, ਕਹਿੰਦੇ ਧੀਆਂ ਦਾ ਸਤਿਕਾਰ ਕਰੋ,
ਪੁੱਤਰਾਂ ਵਾਂਗੂ ਪਿਆਰ ਕਰੋ। ਕਦੇ ਮਨਜੀਤ ਕੌਰ ਨੂੰ ਸਰਕਾਰ ਨੇ ਪਿਆਰ ਕੀਤਾ, ਕਿਤੇ ਸਤਿਕਾਰ ਕੀਤਾ, ਸਨਮਾਨ ਕੀਤਾ, ਵੱਡੇ ਸਟੇਜ ਤੇ ਚੜ੍ਹ ਕੇ ਵੱਡੀ ਸੀਲਡ ਦੇ ਨਾਲ ਸਨਮਾਨ ਹੋਇਆ ਵੇ? ਸਨਮਾਨ ਮੇਰਾ ਹੋਇਆ ਸੀ, ਸਿਮਰਨ ਕੌਰ ਬਾਦਲ ਜੀ ਨੇ ਕੀਤਾ ਸੀ। ਮੇਰਾ ਸਿਰਜਣਹਾਰੀ ਅਵਾਰਡ ਮੈਨੂੰ ਮਿਲਿਆ ਸੀ ਉੱਥੇ ਮੇਰਾ ਸਨਮਾਨ ਹੋਇਆ। ਸਨਮਾਨ ਮੇਰੇ ਬਹੁਤ ਜਗ੍ਹਾ ਹੁੰਦੇ ਆ, ਪਰ ਜਿਹੜਾ ਸਰਕਾਰ ਵੱਲੋਂ ਸਨਮਾਨ ਹੁੰਦਾ ਉਹ ਨਹੀਂ ਨਾ ਹੁੰਦਾ। ਜਿਹੜਾ ਸਰਕਾਰ ਜਿੱਦਾਂ ਲੋਕੀ ਕਹਿੰਦੇ ਨੇ ਵੀ ਆਪਾਂ ਸਰਕਾਰ ਨੂੰ ਇਹ ਕਰਾਂਗੇ ਇਦਾਂ ਨਹੀਂ ਹੁੰਦਾ ਕੋਈ। ਮਨਜੀਤ ਕੌਰ ਨੂੰ ਕੋਈ ਐਸੀ ਯਾਦ ਬਣ ਗਈ ਹੋਵੇ, ਐਸੀ ਕੋਈ ਵੱਡੀ ਘਟਨਾ ਵਾਪਰੀ ਹੋਵੇ ਕਿ ਉਹ ਸਦਾ ਜ਼ਿੰਦਗੀ ਦੇ ਨਾਲ ਜੁੜ ਗਈ ਹੋਵੇ? ਕਿਉਂਕਿ ਤੁਸੀਂ ਬਹੁਤ ਸਾਰੀਆਂ ਡੈੱਡ ਬੋਡੀਆਂ ਚੱਕਦੇ ਹੋ, ਬਹੁਤ ਸਾਰੇ ਲੋਕ ਜਿਹੜੇ ਹੁੰਦੇ ਆ ਜ਼ਖਮੀ ਰੂਪ ਦੇ ਵਿੱਚ ਚੱਕਦੇ ਹੋ। ਤੁਹਾਡਾ ਜਿਹੜਾ ਜ਼ਿੰਦਗੀ ਦਾ ਰਸਤਾ, ਜ਼ਿੰਦਗੀ ਦਾ ਆਵਾ ਜ਼ਿੰਦਗੀ ਦਾ ਸਫ਼ਰ ਤੁਹਾਡਾ ਸੜਕ ਦੇ ਨਾਲ ਰਹਿ ਗਿਆ, ਐਂਬੂਲੈਂਸ ਨਾਲ ਰਹਿ ਗਿਆ। ਕਿ ਵੀ ਐਸੀ ਘਟਨਾ ਹੋਵੇ ਜਿਹੜੀ ਜ਼ਿੰਦਗੀ ਦੇ ਨਾਲ ਜੁੜ ਗਈ ਹੋਵੇ? ਜ਼ਿੰਦਗੀ ਦੀਆਂ ਘਟਨਾ ਤੇ ਬਹੁਤ ਹੈ, ਪਰ ਇੱਕ ਕੁਝ ਜ਼ਿਆਦਾ ਹੀ ਖਾਸ ਸੀ। ਕਾਸ਼ ਉਹ ਜਿੰਦੇ ਹੁੰਦੇ ਤੇ ਮੈਂ ਵਧੀਆ ਲੱਗਣਾ ਸੀ ਮੈਨੂੰ। ਜਸਪਾਲ ਭੱਟੀ ਜੀ ਸਾਡੇ ਕਮਿਊਨਿਟੀ ਵਾਲੇ, ਉਹਨਾਂ ਦਾ ਐਕਸੀਡੈਂਟ ਹੋਇਆ ਸੀ ਸ਼ਾਹਕੋਟ। ਉਹਨਾਂ ਨੂੰ ਉੱਥੋਂ ਲੈ ਕੇ ਆਂਦਾ ਸੀ ਇੱਥੇ ਜਲੰਧਰ ਦੇ ਵਿੱਚ, ਫਿਰ ਉਹਨਾਂ ਦਾ ਪੋਸਟਮਾਰਟਮ ਕਰਾ ਕੇ ਚੰਡੀਗੜ੍ਹ ਛੱਡ ਕੇ ਆਈ। ਪਹਿਲਾਂ ਉਹਨਾਂ ਦੇ ਬੇਟੇ ਨੂੰ ਜਸਰਾਜ ਜੀ ਨੂੰ ਛੱਡਿਆ ਮੈਂ ਲੁਧਿਆਣੇ, ਪਰ ਉਹਨਾਂ ਦੀ ਮੈਂ ਡੈੱਡ ਬੋਡੀ ਛੱਡ ਕੇ ਆਈ ਹਾਂ ਉੱਥੇ ਚੰਡੀਗੜ੍ਹ। ਮੈਂ ਤਾਂ ਇਹ ਸੋਚਦੀ ਸੀ ਵੀ ਉਹ ਠੀਕ ਠਾਕ ਹੁੰਦੇ ਤੇ ਅੱਜ ਮੈਨੂੰ ਜ਼ਿਆਦਾ ਯਾਦਗਾਰ ਮੇਰੀ ਬਣਨੀ ਸੀ, ਪਰ ਉਹ ਮੈਨੂੰ ਦਿਨ ਨਹੀਂ ਭੁੱਲਣਾ ਕਦੇ ਵੀ ਮੈਂ ਉਹਨਾਂ ਨੂੰ ਇੱਦਾਂ ਛੱਡ ਕੇ ਆਈ ਸੀ। ਉਸ ਤੋਂ ਪਹਿਲਾਂ ਮੈਂ ਪੇਸ਼ੈਂਟ ਇੱਕ ਛੱਡ ਕੇ ਆਈ ਸੀ ਇੱਥੋਂ ਜਲੰਧਰ ਤੋਂ ਚੰਡੀਗੜ੍ਹ PGI ਛੱਡਿਆ ਸੀ। ਜਿੱਦਾਂ ਮੰਨ ਲਓ ਸਾਰੇ ਹਸਪੀਟਲ ਵਾਲਿਆਂ ਨੇ ਉਹਨਾਂ ਨੂੰ ਜਵਾਬ ਦੇ ਦਿੱਤਾ ਸੀ। ਉਸ ਬੱਚੇ ਨੂੰ ਇਕੱਲਾ ਹੀ ਬੱਚਾ ਸੀ, ਉਸ ਮਾਂ ਦਾ ਵੀ ਸ਼ਾਇਦ ਮੇਰੇ ਹਿਸਾਬ ਨਾਲ ਤੇ ਉਹਨਾਂ ਦਾ ਸਹਾਰਾ ਕੋਈ ਨਹੀਂ ਸੀ ਹੈਗਾ, ਤੇ ਉਹਨਾਂ ਨੂੰ ਮੈਂ ਧੁੰਦ ਦੇ ਵਿੱਚ ਛੱਡ ਕੇ ਆਈ ਸੀ। ਇੱਥੋਂ ਮੈਂ ਪੌਣੇ 2 ਘੰਟੇ 'ਚ PGI ਲਾਇਆ ਸੀ ਉਹਨਾਂ ਨੂੰ, ਜਿੱਦਾਂ ਪੂਰੇ ਜਲੰਧਰ ਵਾਲਿਆਂ ਨੇ ਜਵਾਬ ਦਿੱਤਾ ਸੀ। ਐਂਬੂਲੈਂਸ ਵਾਲਿਆਂ ਨੇ ਵੀ ਕਹਿਤਾ ਸੀ ਕਿ ਇੰਨੀ ਧੁੰਦ ਦੇ ਵਿੱਚ ਅਸੀਂ ਨਹੀਂ ਜਾਣਾ, ਪਰ ਮੈਂ ਪੌਣੇ 2 ਘੰਟੇ 'ਚ ਲੈ ਕੇ ਗਈ ਸੀ। 3 ਮਹੀਨੇ ਬਾਅਦ ਮਤਲਬ ਕਿ ਉਹ ਮੈਨੂੰ ਮਿਲਣ ਆਏ। ਜਦੋਂ ਮੈਂ ਉਹਨਾਂ ਨੂੰ ਛੱਡ ਕੇ ਆਈ, ਉਹਦੀ ਜ਼ਬਾਨ ਵੀ ਲੜਕੇ ਦੀ ਬਾਹਰ ਸੀ। 18-19 ਸਾਲ ਦਾ ਲੜਕਾ ਸੀ, ਘੁਰੜੂ ਵੱਜਦਾ ਸੀ। ਇੱਥੋਂ ਡਾਕਟਰਾਂ ਨੇ ਕਿਹਾ ਸੀ ਵੀ ਇਹਨੇ ਬਚਣਾ ਨਹੀਂ ਹੈਗਾ, ਪਰ ਉਹ 3 ਮਹੀਨੇ ਬਾਅਦ ਜਿੱਦਾਂ ਮੈਨੂੰ ਮਿਲਣ ਆਏ, ਸਿਵਲ ਹਸਪਤਾਲ ਦੇ ਵਿੱਚ ਹੀ ਮਿਲਣ ਆਏ, ਮੈਨੂੰ ਡੱਬਾ ਲੈ ਕੇ ਸਾਰੀ ਫੈਮਿਲੀ ਨਾਲ ਉਹਨਾਂ ਦੇ ਗੱਡੀ ਤੇ। ਉਹ ਮੈਨੂੰ ਅੱਜ ਵੀ ਚੇਤੇ ਆ, ਔਰ ਉਹਨਾਂ ਦੀਆਂ ਅਸੀਸਾਂ ਕਰਕੇ ਸ਼ਾਇਦ ਮੈਂ ਬਚੀ ਹਾਂ ਅੱਜ ਤੱਕ। ਮੈਂ ਇੱਦਾਂ ਦੀਆਂ ਅਸੀਸਾਂ ਦੇ ਨਾਲ ਹੀ ਬਚੀ ਹਾਂ ਕਿ ਜਿਹੜੀਆਂ ਮੇਰੀਆਂ ਯਾਦਾਂ ਨੇ ਕੁਛ, ਜਿਹੜੀਆਂ ਮੈਨੂੰ ਕਦੇ ਵੀ ਨਹੀਂ ਭੁੱਲਣੀਆਂ। ਫਿਰ ਇਸ ਕਰਕੇ ਮੈਨੂੰ ਆਪਣਾ ਦੁੱਖ ਜਿਹੜਾ ਉਹ ਭੁੱਲ ਜਾਂਦਾ ਵੀ ਨਹੀਂ, ਮੇਰੇ ਤੋਂ ਵੀ ਦੁਖੀ ਅੱਗੇ ਬੜੇ ਬੈਠੇ ਆ। ਤੁਸੀਂ ਹਾਲਾਤਾਂ ਦੀ ਗੱਲ ਕੀਤੀ ਸੀ, ਇਸ ਹਾਲਾਤਾਂ ਕਰਕੇ ਤੁਸੀਂ ਇਸ ਰਸਤੇ ਆਏ, ਡਰਾਈਵਿੰਗ ਕਰਨ ਲੱਗੇ, ਐਂਬੂਲੈਂਸ ਚਲਾਈ। ਪਹਿਲਾਂ ਨਾਲੋਂ ਹਾਲਾਤ ਕੁਝ ਸੁਧਰੇ, ਫਰਕ ਪਿਆ, ਸਮਾਂ ਬਦਲਿਆ ਜੀ? ਹਾਂਜੀ, ਹੁਣ ਮੇਰਾ ਸਮਾਂ ਬਦਲਿਆ। ਮੈਂ ਐਵੇਂ ਕਹਾਂ ਹੁਣ ਮੇਰਾ ਸਮਾਂ ਠੀਕ ਆ। ਪਹਿਲਾਂ ਮੈਨੂੰ ਆਪਣੀਆਂ ਗੱਡੀਆਂ ਸੀ, ਪਹਿਲਾਂ ਮੈਂ ਝਾੜੂ ਪੋਚੇ ਕੀਤੇ, ਫਿਰ ਮੈਂ ਆਪਣੀਆਂ ਗੱਡੀਆਂ ਬਣਾਈਆਂ, ਫਿਰ ਮੇਰੀਆਂ ਗੱਡੀਆਂ ਵਿਕ ਗਈਆਂ। ਫਿਰ ਮੈਂ ਬੇਟੇ ਨੂੰ ਬਾਹਰ ਭੇਜਿਆ, ਡਾਕਟਰ ਸਾਹਿਬ ਨੇ ਬਾਹਰ ਭੇਜਿਆ ਜਿੱਥੇ ਮੈਂ ਨੌਕਰੀ ਕਰਦੀ ਸੀ। ਹੁਣ ਮੈਂ ਆਪਣਾ ਟ੍ਰੇਨਿੰਗ ਸੈਂਟਰ ਖੋਲ੍ਹਣ ਲੱਗੀ ਹਾਂ। ਮੇਰੇ ਹਾਲਾਤ ਹੁਣ ਸਹੀ ਨੇ, ਕੁਛ ਸਹੀ ਨੇ ਪਰ ਓਨੇ ਸਹੀ ਨਹੀਂ ਹੈਗੇ। ਮੈਂ ਕਿਰਾਏ 'ਤੇ ਜਿੱਦਾਂ ਆਫਿਸ ਲਿਆ ਆ, ਗੱਡੀ ਜਿਹੜੀ ਕਿਸ਼ਤਾਂ 'ਤੇ ਲਈ ਆ, ਪਰ ਮੈਂ ਚਾਹੁੰਦੀ ਹਾਂ ਵੀ ਮੈਂ ਠੀਕ ਹਾਂ ਹੁਣ ਅੱਗੇ ਨਾਲ। ਅੱਗੇ ਸੋਚ ਕੀ ਆ ਮਨਜੀਤ ਦੀ? ਮਨਜੀਤ ਕੀ ਕਰਨਾ ਚਾਹੁੰਦੀ ਹੈ? ਤੁਹਾਡਾ ਸੁਪਨਾ ਪੂਰਾ ਹੋ ਗਿਆ, ਤੁਸੀਂ ਡਰਾਈਵਿੰਗ ਕਰਨਾ ਚਾਹੁੰਦੇ ਸੀ, ਆਪਣੀਆਂ ਐਂਬੂਲੈਂਸਾਂ ਪਾ ਲਈਆਂ, ਬੇਸ਼ੱਕ ਵਿਕ ਗਈਆਂ, ਸਮੇਂ ਦੇ ਹਾਲਾਤ ਬਣੇ ਉਸੇ, ਪਰ ਹੁਣ ਸੋਚ ਕੀ ਆ, ਕੀ ਕਰਨਾ ਚਾਹੁੰਦੇ ਹੋ? ਸੋਚ ਤੇ ਇਹ ਆ ਕਿ ਮੇਰੀ ਐਂਬੂਲੈਂਸ ਖੜੀ ਹੋਵੇ ਅੱਗੇ ਘਰ ਦੇ, ਮੈਂ ਫਿਰ ਉਹ ਚਲਾਵਾਂ। ਪਰ ਹੁਣ ਮੈਂ ਸੈਂਟਰ ਖੋਲ੍ਹਣਾ ਚਾਹੁੰਦੀ ਹਾਂ ਕੁੜੀਆਂ ਵਾਸਤੇ, ਵੀ ਕੁੜੀਆਂ ਨੂੰ ਗੱਡੀ ਜਿੱਦਾਂ ਸਿਖਾਉਣ ਵਾਸਤੇ ਮਾਂ ਪਿਓ ਬੜਾ ਸੋਚਦਾ ਆ ਵੀ ਸਾਨੂੰ ਕੁੜੀਆਂ ਨੂੰ ਗੱਡੀ ਸਿਖਾਉਣ ਜਾਣਾ ਹੈ, ਬੰਦੇ ਹੋਣਗੇ ਨਾਲ, ਮੁੰਡੇ ਹੋਣਗੇ, ਫੈਮਿਲੀ ਦੇ ਵਿੱਚ ਟਾਈਮ ਨਹੀਂ ਹੁੰਦਾ। ਜਿੱਦਾਂ ਬੱਚੇ ਲੈਣ ਜਾਣੇ, ਲੇਡੀਜ਼ ਨੇ ਘਰ ਦਾ ਕੋਈ ਕੰਮ, ਆਫਿਸ ਦਾ ਕੰਮ ਕਰਨਾ। ਮੈਂ ਇਹ ਚਾਹੁੰਦੀ ਹਾਂ ਕਿ ਮੈਂ ਲੇਡੀਜ਼ ਨੂੰ ਗੱਡੀ ਸਿਖਾਵਾਂ, ਜੈਂਟਸ ਨੂੰ ਵੀ ਸਿਖਾਵਾਂ, ਲੇਡੀਜ਼ ਨੂੰ ਸਿਖਾਵਾਂ, ਤਾਂ ਕਿ ਮਰਨਾ ਤਾਂ ਸਾਰਿਆਂ ਨੇ, ਕੱਲ੍ਹ ਨੂੰ ਚੇਤੇ ਤੇ ਰਹਿ ਜੇ ਵੀ ਇਹ ਟ੍ਰੇਨਿੰਗ ਸੈਂਟਰ ਖੁੱਲ੍ਹਿਆ। ਹੁਣ ਮੈਂ ਟ੍ਰੇਨਿੰਗ ਸੈਂਟਰ ਖੋਲ੍ਹਣਾ ਚਾਹੁੰਦੀ ਹਾਂ। ਜਿਵੇਂ ਤੁਸੀਂ ਪਹਿਲਾਂ ਲੇਡੀਜ਼ ਮੇਰਾ ਖਿਆਲ ਐਂਬੂਲੈਂਸ ਡਰਾਈਵਿੰਗ ਕਰਦੇ ਹੋ, ਇਸੇ ਤਰ੍ਹਾਂ ਮੇਰਾ ਖਿਆਲ ਤੁਹਾਡਾ ਇਹ ਜਿਹੜਾ ਡਰਾਈਵਿੰਗ ਸਕੂਲ ਵੀ ਪਹਿਲਾਂ ਹੋਊਗਾ? ਹਾਂਜੀ, ਜਿੱਦਾਂ ਮੈਂ ਪਹਿਲੀ ਭਾਰਤ ਦੀ ਐਂਬੂਲੈਂਸ ਡਰਾਈਵਰ ਸੀ, ਅੱਜ ਤੋਂ 14 ਸਾਲ ਤੋਂ ਪਹਿਲਾਂ ਮੈਂ ਪਹਿਲੀ ਸੀ, ਤੇ ਹੁਣ ਡਰਾਈਵਿੰਗ ਸੈਂਟਰ ਦੇ ਵਿੱਚ ਵੀ ਲੇਡੀਜ਼ ਮੈਂ ਪਹਿਲੀ ਹਾਂ। ਹਜੇ ਕਿਸੇ ਨੇ ਟ੍ਰੇਨਿੰਗ ਸੈਂਟਰ ਲੇਡੀਜ਼ ਨੇ ਨਹੀਂ ਖੋਲ੍ਹਿਆ, ਮੈਂ ਪਹਿਲਾਂ ਹੀ ਖੋਲ੍ਹਣ ਲੱਗੀ। ਲੋਕ ਚਲੋ ਘਰਦਿਆਂ ਨੇ ਸੰਯੋਗ ਨਹੀਂ ਕੀਤਾ, ਪਤੀ ਨੇ ਨਹੀਂ ਕੀਤਾ, ਭਰਾਵਾਂ ਨੇ ਨਹੀਂ ਕੀਤਾ, ਹੋਰ ਨੇ ਨਹੀਂ ਕੀਤਾ, ਲੋਕ ਸੰਯੋਗ ਕਰ ਰਹੇ ਆ ਜੀ? ਹਾਂਜੀ, ਮੇਰਾ ਬਹੁਤ NRI ਭਰਾ ਜਿਹੜੇ ਆ ਮੇਰਾ ਸੰਯੋਗ ਕਰਦੇ ਆ। ਜਿੱਦਾਂ ਮੰਨ ਲਓ ਕੋਈ ਵੀ ਮੇਰੀ ਇੰਟਰਵਿਊ ਦੇਖਦੇ ਆ, ਜਿੰਨੀ ਕਿਸੇ ਕੋਲ ਖੁਆਇਸ਼ ਹੁੰਦੀ ਆ। ਮੈਂ ਇੱਕ ਆਪਣੇ ਭਰਾਵਾਂ ਕੋਲ 5000 ਮੰਗਿਆ ਸੀ ਤੇ ਮੈਨੂੰ ਉਹਨਾਂ ਨੇ ਨਹੀਂ ਦਿੱਤਾ, ਤੇ ਮੈਂ ਇੱਥੇ ਤੱਕ ਪਹੁੰਚ ਗਈ ਆ, ਪਰ ਮੇਰੀ ਹੈਲਪ ਬਹੁਤ ਕਰਦੇ ਆ। ਅੱਜ ਵੀ ਮੈਂ ਉਹਨਾਂ ਦੀ ਹੈਲਪ ਦੇ ਨਾਲ ਹੀ ਇੱਥੇ ਤੱਕ ਆ, ਤੇ ਗਾਂ ਵੀ ਸ਼ਾਇਦ ਰੱਬ ਕਰੇ ਕਿ ਮੈਨੂੰ ਹੈਲਪ ਦੀ ਲੋੜ ਨਾ ਪਵੇ, ਕਿ ਮੇਰਾ ਕੰਮ ਇਦਾਂ ਦਾ ਚੱਲ ਪਵੇ, ਪਰ ਹਜੇ ਮੇਰਾ ਕਿਸ਼ਤਾਂ 'ਤੇ ਆ ਸਾਰਾ ਕੁਝ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ, ਤੁਹਾਡੇ ਵਰਗੇ ਹਾਲਾਤਾਂ 'ਚ ਬਹੁਤ ਸਾਰੀਆਂ ਔਰਤਾਂ ਨੇ ਹੌਸਲਾ ਢਾਕ ਕੇ ਬਹਿ ਜਾਂਦੀਆਂ, ਜ਼ਿੰਦਗੀ ਖਤਮ ਕਰ ਲੈਂਦੀਆਂ, ਕੋਈ ਰਸਤਾ ਨਹੀਂ ਦਿਸਦਾ। ਕੀ ਕਹਿਣਾ ਚਾਹੁੰਦੇ ਉਹਨਾਂ ਨੂੰ? ਮੈਂ ਤਾਂ ਇਹੀ ਕਹਿੰਦੀ ਹਾਂ ਕਿ ਨਹੀਂ, ਹਿੰਮਤ ਨਹੀਂ ਹਾਰਨੀ ਚਾਹੀਦੀ। ਹਿੰਮਤ ਜੇ ਤੁਸੀਂ ਕਰੋਗੇ ਤਾਂ ਹੀ ਤੁਹਾਡਾ ਕੋਈ ਸਾਥ ਦੇਵੇਗਾ। ਜੇ ਅੰਦਰ ਬਹਿ ਕੇ ਰੋਵੋਗੇ, ਮਰ ਜਾਓਗੇ ਤਾਂ ਕੋਈ ਹੱਲ ਨਹੀਂ, ਤੇ ਅੰਦਰ ਬਹਿ ਕੇ ਰੋਈ ਜਾਓਗੇ ਤਾਂ ਤੁਹਾਡਾ ਕਿਸੇ ਸਾਥ ਨਹੀਂ ਦੇਣਾ। ਬਾਹਰ ਨਿਕਲੋਗੇ, ਕਮ ਸੇ ਕਮ ਝਾੜੂ ਪੋਚੇ ਕਰੋਗੇ, ਤੁਹਾਡੀ ਕੋਈ ਵੇਖੇਗਾ ਕਿ ਕੋਈ ਧੀ ਭੈਣ ਕੰਮ ਕਰਦੀ, ਕੋਈ ਹੈਲਪ ਜ਼ਰੂਰ ਕਰੇਗਾ ਤੁਹਾਡੀ। ਹਿੰਮਤ ਨਾ ਹਾਰੋ, ਕੰਮ ਕਰੋ। ਤੇ ਮਾਂ ਪਿਓ ਨੂੰ ਮੈਂ ਇਹ 'ਚ ਕਹਿਣਾ ਚਾਹੁੰਦੀ ਹਾਂ ਕਿ ਆਪਣੀ ਧੀਆਂ ਨੂੰ ਹੱਕ ਬਰਾਬਰ ਦਿਓ। ਜੀ,
ਵੱਡੀ ਗੱਲ ਇਹੀ ਆ ਕਿ ਜੇ ਅਸੀਂ ਮਾਂ ਪਿਓ ਵੱਲੋਂ ਸਾਡੇ ਬੱਚਿਆਂ ਨੂੰ ਅਸੀਂ ਉਹਨਾਂ ਨੂੰ ਪੂਰਾ ਸੰਯੋਗ ਦੇਵਾਂਗੇ, ਧੀ ਪੁੱਤ ਬਰੋਬਰ ਸਮਝਾਂਗੇ, ਫੇਰ ਹੀ ਸਾਡੀਆਂ ਸਰਕਾਰਾਂ ਵੀ ਸਾਨੂੰ ਸੋਚਣਗੀਆਂ। ਤੇ ਜੇ ਸਾਨੂੰ ਘਰੋਂ ਹੀ ਬੱਚਿਆਂ ਨੂੰ ਧੀਆਂ ਨੂੰ ਨਹੀਂ ਕੋਈ ਸੰਯੋਗ ਮਿਲਦਾ ਤੇ ਸਰਕਾਰਾਂ ਨੇ ਸਾਨੂੰ ਕੀ ਦੇਣਾ। ਅੱਜ ਪੜ੍ਹੀਆਂ ਲਿਖੀਆਂ ਧੀਆਂ, ਪੜ੍ਹੇ ਲਿਖੇ ਪੁੱਤ ਕਿਉਂ ਬਾਹਰਾਂ ਨੂੰ ਜਾਣ ਡਏ ਨੇ? ਸਾਨੂੰ ਇੱਥੇ ਸਰਕਾਰਾਂ ਕੋਈ ਦੇਣ ਨਹੀਂ ਦੀਆਂ ਸਾਧਨ। ਮੈਂ ਇਕੱਲੀ ਆ, ਮੇਰਾ ਬੱਚਾ ਇਕੱਲਾ ਆ, ਹੈ ਨਾ। ਮੈਂ ਇੱਥੇ ਕਾਹਦੇ ਵਾਸਤੇ ਰਹਿਣੀ? ਕਿਉਂ ਮੇਰੇ ਬੱਚੇ ਨੂੰ ਕੋਈ ਨੌਕਰੀ ਨਹੀਂ ਮਿਲਣੀ, ਸਾਡੇ ਕੋਲ ਕੋਈ ਪੈਸਾ ਨਹੀਂ, ਕੋਈ ਰਿਸ਼ਵਤ ਦੇਣ ਨੂੰ ਨਹੀਂ, ਕੋਈ ਕੁਛ ਨਹੀਂ ਸਾਡੇ ਕੋਲ। ਅਸੀਂ ਕਿੱਦਾਂ ਕਰ ਲੈਣਾ? ਹੁਣ ਮੇਰਾ ਬੇਟਾ ਉੱਥੇ ਜਿੱਦਾਂ ਪਹਿਲਾਂ ਲੇਬਰ ਕਰਦਾ ਸੀ, ਹੁਣ ਡਰਾਈਵਰੀ ਕਰਦਾ ਆ, ਹੈ ਨਾ। ਸਾਡੇ ਕੋਲ ਹੈ ਨਹੀਂ ਨਾ ਕੁਛ ਇੱਥੇ ਸਰਕਾਰਾਂ ਦੇ ਕੋਲ, ਤਾਂ ਹੀ ਤਾਂ ਸਾਡੇ ਬੱਚੇ ਬਾਹਰ ਜਾਣ ਡਏ ਆ। ਇਸੇ ਕਰਕੇ ਜਾਂਦੇ, ਕਾਹਦੇ ਲਈ ਜਾਂਦੇ ਆ। ਪਰ ਮੈਂ ਇਹ ਕਹਿੰਦੀ ਮਿਹਨਤ ਕਰੋ, ਕਿਤੇ ਵੀ ਰਹਿ ਕੇ ਮਿਹਨਤ ਕਰੋ, ਡਰੋ ਨਹੀਂ ਕਿਸੇ ਗੱਲੋਂ। ਮਿਹਨਤ ਕਰੋਗੇ ਤੁਹਾਡੀ ਰੱਬ ਜ਼ਰੂਰ ਬਾਂਹ ਫੜੇਗਾ, ਸਾਡੀ ਜਿੱਦਾਂ ਫੜੀ ਰੱਬ ਸਾਰਿਆਂ ਦੀ ਫੜੇਗਾ। ਬਿਲਕੁਲ ਜੀ, ਇਹ ਸੀ ਭੈਣ ਮਨਜੀਤ ਕੌਰ ਜੋ ਭਾਰਤ ਦੇ ਪਹਿਲਾ ਇਹ ਐਂਬੂਲੈਂਸ ਡਰਾਈਵਰ ਨੇ ਜਿਨ੍ਹਾਂ ਨੇ ਐਂਬੂਲੈਂਸ ਚਲਾਈ ਆ, ਦੇਸ਼ ਦੀਆਂ ਸੜਕਾਂ ਤੇ ਦੌੜਾਈ ਆ, ਕਿੰਨੀਆਂ ਡੈੱਡ ਬੋਡੀਆਂ ਚੱਕੀਆਂ, ਕਿੰਨੇ ਜ਼ਖਮੀ ਲੋਕਾਂ ਨੂੰ ਚੁੱਕ ਕੇ ਹਸਪੀਟਲਾਂ 'ਚ ਲੈ ਕੇ ਗਏ, ਕਿੰਨੇ ਲੋਕਾਂ ਦੀ ਜ਼ਿੰਦਗੀ ਇਹਨਾਂ ਦਾ ਕਰਕੇ ਬਚੀ ਆ। ਇਹਨਾਂ ਕਿਹਾ ਕਿ ਔਰਤਾਂ ਨੂੰ ਕਦੇ ਵੀ ਹੌਸਲਾ ਨਹੀਂ ਹਾਰਨਾ ਚਾਹੀਦਾ, ਦ੍ਰਿੜ ਇਰਾਦੇ ਨਾਲ ਕੰਮ ਕਰਨਾ ਚਾਹੀਦਾ ਹੈ। ਔਰ ਮਾਪਿਆਂ ਨੂੰ ਵੀ ਇਹਨਾਂ ਨੇ ਕਿਹਾ ਕਿ ਇਕੱਲੇ ਧੀਆਂ ਦਾ ਸਤਿਕਾਰ ਨਾ ਕਰੋ, ਪੁੱਤਰਾਂ ਵਾਂਗੂ ਪਿਆਰ ਨਾ ਕਰੋ, ਪੁੱਤਰਾਂ ਵਾਂਗੂ ਉਹਨਾਂ ਨੂੰ ਹੱਕ ਵੀ ਦਿਓ। ਦ੍ਰਿੜ ਇਰਾਦੇ ਵਾਲੀ ਆ, ਪੱਥਰ ਦਿਲ ਆ। ਕਿੰਨੇ ਡੈੱਡ ਬੋਡੀਆਂ ਚੱਕੀਆਂ, ਕਿੰਨੇ ਲੋਕ ਚੱਕੇ ਆ। ਵੱਡੀ ਘਟਨਾ ਇਹਨਾਂ ਸਾਂਝੀ ਕੀਤੀ ਹੈ ਕਿ ਜਸਪਾਲ ਪੱਟੀ ਉਹਨਾਂ ਨੂੰ ਇਹਨਾਂ ਨੇ ਸੜਕ ਹਾਦਸੇ ਚੱਕਿਆ, ਡੈੱਡ ਬੋਡੀ ਲੈ ਕੇ ਗਏ। ਇਹ ਕਹਿੰਦੇ ਜੇ ਅੱਜ ਉਹ ਜਿਉਂਦੇ ਹੁੰਦੇ ਤਾਂ ਉਹ ਗੱਲ ਵੱਖਰੀ ਹੋਣੀ ਸੀ, ਹੋਰ ਹੋਣੀ ਸੀ, ਸਾਨੂੰ ਖੁਸ਼ੀ ਤੇ ਮਾਣ ਮਹਿਸੂਸ ਹੋਣਾ ਸੀ। ਉਮੀਦ ਕਰਦੇ ਹਾਂ ਅੱਜ ਦੀ ਖਾਸ ਪੇਸ਼ਕਸ਼ ਭੈਣ ਮਨਜੀਤ ਕੌਰ ਹੋਣਾ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਅਗਲੀ ਵਾਰ ਕਿਸੇ ਖਾਸ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ। ਤਦ ਤੱਕ ਲਈ ਮੈਨੂੰ ਤੇ ਮੇਰੇ ਸਹਿਯੋਗੀ ਸਵਰਨਜੀਤ ਸਿੰਘ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਹਮਦਰ ਟੀਵੀ। ਧੰਨਵਾਦ।